देश दुनिया च वसदे पंजाबियों को खुशामदीद। मैं हरजिंदर सिंह रंधावा, तुसीं देख रहे हो पंजाब टैलीविजन और स्क्रीन के उत्ते मेरे नाल ने सरदार गुरप्रीत सिंह। सरदार गुरप्रीत सिंह प्रधान ने इंस्टीट्यूट ऑफ सिख स्टडीज़ दे और ग्लोबल सिख कौंसल के भी सर्वे सर्वा ने। इन्हां दियां होर बहुत सारिया संस्थावां नाल एसोसीएशनस ने, लेकिन खास तौर पर सिक्खी और पंजाबियों के मसले उन्होंने एड्रैस करते रहना इन्हां दी फितरत है, इन्हां दा सुभाव है। मैं जी आया आखदा जी, स्वागत करदा। वाहिगुरू जी का खालसा, वाहिगुरू जी की फतेह। सरदार साहब, साडे ते इल्जाम आउंदा है कि असीं इतिहास बना लैंदे आ, साਂਭਣ जोगे नहीं हुंदे। दूजा इल्जाम ये आउंदा है बुद्धिजीवी वर्ग ते सियाणे लोकां ते कि ये अपने आम जन सधारण नालों दूरी बना लैंदे आ। ਜਦੋਂ ਇਹ ਵੱਡੇ ਹੋ ਜਾਂਦੇ ਆ, ਉੱਚੇ ਅਹੁਦੇ ਮਿਲ ਜਾਂਦੇ ਆ, ਸਾਡੇ ਤੋਂ ਪਰੇ ਚਲੇ ਜਾਂਦੇ। ਸਿਆਣੇ ਲੋਕ ਦਾਇਰਾ ਸੀਮਤ ਕਰ ਲੈਂਦੇ ਆ, ਆਪਣੇ ਘੇਰੇ ਬਣਾ ਲੈਂਦੇ, ਵਲਗਣਾ ਵੜ ਲੈਂਦੇ ਆ ਔਰ ਆਪਣੇ ਸਮਾਜ ਲਈ ਕੰਟਰੀਬਿਊਟ ਨਹੀਂ ਕਰਦੇ। ਸਾਡੀਆਂ ਕਈ ਸੰਸਥਾਵਾਂ ਬਣੀਆਂ, ਇੱਕ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੇ, ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਬਣਾਈ ਸੀ ਵਰਲਡ ਸਿੱਖ ਕੌਂਸਲ। ਤੁਸੀਂ ਵੀ ਗਲੋਬਲ ਸਿੱਖ ਕੌਂਸਲ ਬਣਾਈ, ਅਮਰੀਕਾ ਦੇ ਵਿੱਚ ਵੀ ਆ ਔਰ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸੰਸਥਾਵਾਂ। ਆਖਰ ਸਾਡਾ ਸਮਾਜ ਨਿੱਘਰਦਾ ਗਿਆ, ਅਸੀਂ ਇੰਨੇ ਐਫਰਟਸ ਕਰਦੇ ਰਹੇ, ਇੰਨੀ ਵੱਡੀ ਵਿਰਾਸਤ ਹੈ, लेकिन समाजिक तौर पर, आर्थिक तौर पर और बाकी खेत्रों के असीं पिछां चले गए। अज साडियां प्राप्तियां नगूणियां ने, अज साडे कोल बहुते अफसर भर्ती नहीं होंदे, अज साडे कोल बहुत वड्डे बुद्धिजीवी पैदा नहीं होंदे। पंजाब जर्जरा जिहा गया है, लेकिन किधर नूं तुरे आ? तुहाडी नज़र दे विच ये सब कुछ की है और आखिर ये दिशा जां दिशाहीन क्यों होए असीं? देखो हरजिंदर जी, गल इदां है कि भी इहदे विच जिथे तुसीं गल कर रहे हो कि भी बुद्धिजीवियां दी भी एक किस्म की गलती रही है, फॉल्ट रहा है कि असीं अपनी जिम्मेवारी नहीं उस हिसाब नाल असीं संभाल सके या निभा सके। इहदे विच साडा उपराला पुरजोड़ जारी हैगा। असीं पिछले कई सालों तो कोशिश कर रहे हैं कि एक सिखां दा भी एक बुद्धिजीव वर्ग जिहड़ा हैगा वो एक थिंक टैंक या ਇਹੋ ਜਿਹੀ ਚੀਜ਼ ਉਭਾਰ ਕੇ ਲੈ ਕੇ ਆਵੇ ਜਿਹੜਾ ਕਿ ਅਸੀਂ ਨਿਰਪੱਖ ਸੋਚ ਦੇ ਨਾਲ ਤੇ ਨਿਰਪੱਖ ਜਰੀਏ ਦੇ ਨਾਲ ਜਿਹੜੀ ਵੀ ਸਮੱਸਿਆਵਾਂ ਨੇ ਸਿੱਖਾਂ ਦੀ ਹੋਣ ਜਾਂ ਪੰਜਾਬ ਸੂਬੇ ਦੀ ਹੋਣ, ਅਸੀਂ ਉਹਨਾਂ ਨੂੰ ਲੋਕਾਂ ਦੇ ਮੂਹਰੇ ਰੱਖ ਸਕੀਏ। ਪਿੱਛੇ ਮੈਂ ਦੇਖ ਰਿਹਾ ਸੀਗਾ ਕਿ ਤੁਸੀਂ ਭਾਜੀ ਚਰਨਜੀਤ ਨਾਲ ਵੀ ਇੰਟਰਵਿਊ ਕਰ ਰਹੇ ਸੀਗੇ। ਕਈ ਟਾਈਮ ਸਿੱਖਾਂ ਨੇ ਆਪਣੀਆਂ ਜਿਹੜੇ ਬੁੱਧੀਜੀਵ ਨੇ, ਜਿਹੜੇ ਕਿ ਇੱਥੇ ਦੀ ਭਲਾਈ ਲਈ ਸੋਚ ਰੱਖਦੇ ਨੇ, ਉਹਨਾਂ ਨੇ ਆਪਣੀਆਂ ਗੱਲਾਂ ਵੀ ਕੀਤੀਆਂ ਨੇ, ਸਰਕਾਰ ਨੂੰ ਵੀ ਦੱਸੀਆਂ ਨੇ। ਮਗਰ ਅਫਸੋਸ ਦੀ ਇਹ ਗੱਲ ਹੈ ਕਿ ਵੀ ਸਰਕਾਰ ਜਿਹੜੀ ਹੈ ਉਹ ਹਾਲੀ ਇਹ ਨਹੀਂ ਡਿਸਾਈਡ ਕਰ ਸਕੀ ਕਿ ਵੀ ਬੁੱਧੀਜੀਵੀਆਂ ਦਾ ਜਿਹੜਾ ਵਰਗ ਹੈਗਾ ਉਹਨਾਂ ਨੂੰ ਕਿੰਨੀ ਅਹਿਮੀਅਤ ਉਹਨਾਂ ਨੂੰ ਦੇਣੀ ਚਾਹੀਦੀ ਹੈ। ਕਿਉਂਕਿ ਅਸੀਂ ਦੇਖੋ, ਅਸੀਂ ਕੋਈ ਪੋਲਿਟਿਕਸ ਦੇ ਵਿੱਚ ਅਸੀਂ ਨਹੀਂ ਕੋਈ ਹਿੱਸਾ ਲੈਣਾ ਚਾਹੁੰਦੇ। ਅਸੀਂ ਬੇਝਿਜਕ ਤੇ ਨਿਰਪੱਖ ਹੋ ਕੇ ਅਸੀਂ ਇੱਕ ਜਿਹੜੀਆਂ ਸਾਨੂੰ ਸਮਝ ਆਉਂਦੀਆਂ ਨੇ ਸਮੱਸਿਆਵਾਂ ਤੇ ਉਹਨਾਂ ਦਾ ਜਿਹੜਾ ਹੱਲ ਹੈ, ਅਸੀਂ ਸਰਕਾਰ ਮੂਹਰੇ ਰੱਖਣ ਨੂੰ ਤਿਆਰ। ਸਰਦਾਰ ਸਾਹਿਬ, ਬਥੇਰੇ ਮੁੱਦਿਆਂ ਉੱਤੇ ਸਰਦਾਰ ਸਾਹਿਬ, ਜੇਕਰ ਅਸੀਂ ਵਿਸ਼ਵ ਪਰਿਪੇਖ 'ਚ ਦੇਖਦੇ ਹਾਂ, ਸਾਰੇ ਦੁਨੀਆ 'ਚ ਝਾਤੀ ਮਾਰਦੇ ਹਾਂ ਤੇ ਉਹਨਾਂ ਕੌਮਾਂ ਜਾਂ ਉਹਨਾਂ ਕਮਿਊਨਿਟੀਜ਼ ਨੇ ਵਿਕਾਸ ਕੀਤਾ। ਮੈਂ ਯਹੂਦੀਆਂ ਦੀ ਉਦਾਹਰਨ ਲਵਾਂ, ਅਗਲੇ ਬਹੁਤ ਨੀਵੇਂ ਪੱਧਰ ਤੱਕ ਚਲੇ ਗਏ ਹਰ ਖੇਤਰ ਦੇ ਵਿੱਚ, ਲੇਕਿਨ ਉਹਨਾਂ ਦੇ ਸਿਆਣੇ ਲੋਕਾਂ ਨੇ ਫੈਸਲਾ ਕੀਤਾ, ਅਕਸਰ ਆਪਾਂ ਸਾਰੇ ਹੀ ਪੜ੍ਹਦੇ ਹਾਂ, ਕਿ ਇਸ ਕੌਮ ਦੀ ਅਧੋਗਤੀ ਦੂਰ ਕਰਨੀ ਹੈ, ਇਹਦੇ 'ਚੋਂ ਅਸਰ ਕੱਢਣਾ ਹੈ। ਅਸੀਂ ਆਪਣੇ ਵੱਖਰੇ ਵਿਚਾਰਧਾਰਾ ਜਾਂ ਵਿਚਾਰਕ ਵਿਰੋਧਾਂ ਦੇ ਕਾਰਨ ਆਮ ਤੌਰ 'ਤੇ RSS ਨੂੰ ਬਹੁਤ ਮਾੜਾ ਕਹਿੰਦੇ ਹਾਂ, ਔਰ ਜਿਹੜਾ ਵੀ ਸਿੱਖ RSS ਦੇ ਨੇੜੇ ਜਾਂਦਾ ਅਕਸਰ ਅਸੀਂ ਉਹਨੂੰ ਬੁਰਾ ਭਲਾ ਕਹਿੰਦੇ ਹਾਂ। ਪਰ ਕਿਉਂਕਿ ਉਹ ਕਹਿੰਦੇ ਆ ਕਿ ਇਹ ਰਾਸ਼ਟਰ ਹਿੰਦੂ ਆ, ਇਹ ਸਾਰੇ ਹਿੰਦੂ ਆ, ਇੱਥੇ ਹੀ ਵਖਰੇਵਾਂ ਹੈ ਨਾ। ਲੇਕਿਨ ਸਵਾਲ ਇਹ ਆ ਕਿ ਜਿਹੜੇ ਸਾਡੇ ਵਿਰੋਧੀ ਨੇ ਵਿਚਾਰਧਾਰਕ ਤੌਰ ਤੇ, ਜੇ ਉਹਨਾਂ ਤੋਂ ਵੀ ਸਿੱਖਣਾ ਹੋਵੇ, RSS ਦੀ ਪਿੱਠ ਭੂਮੀ ਨੇ ਇੰਨਾ ਕੰਮ ਕੀਤਾ ਕਿ ਅੱਜ ਭਾਰਤ ਦੇ ਵਿੱਚ BJP ਰਾਜ ਕਰ ਰਹੀ ਆ ਔਰ ਭਾਰੀ ਬਹੁਮਤ ਨਾਲ ਕਰ ਰਹੀ ਹੈ। ਸੋ ਉਹਨਾਂ ਨੇ ਆਪਣੀ ਵਿਚਾਰਧਾਰਾ ਨੂੰ, ਉਹ ਕੁਝ ਵੀ ਹੋਵੇ, ਅੱਗੇ ਵਧਾਉਣ ਲਈ ਜਿਸ ਤਰ੍ਹਾਂ ਦੇ ਉਪਰਾਲੇ ਕੀਤੇ, ਅਸੀਂ ਸਿੱਖਦੇ ਨਹੀਂ, ਅਸੀਂ ਵਿਰੋਧ ਕਰਨ ਲਈ ਤਣ ਜਾਂਦੇ ਆ ਕਿ ਅਸੀਂ ਇਸ ਵਿਚਾਰਧਾਰਾ ਦੇ ਨਾਲ ਖਹਿ ਕੇ ਲੰਘਣਾ ਹੈ, ਲੇਕਿਨ ਅਸੀਂ ਸਿੱਖਣਾ ਨਹੀਂ ਚਾਹੁੰਦੇ। ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਸਿਆਣੇ ਸੀਗੇ, ਉਹ ਸਿਆਣੇ ਜੇਕਰ ਸਿਆਸਤਦਾਨ ਤੁਹਾਨੂੰ ਨਹੀਂ ਚਾਹੁੰਦੇ, ਸਰਕਾਰਾਂ ਤੁਹਾਨੂੰ ਨਹੀਂ ਚਾਹੁੰਦੀਆਂ, ਤੇ ਅਸੀਂ ਜਿਹੜੇ ਸਮਝ ਜਾਂਦੇ ਆ ਲੋਕ, ਮੇਰੇ ਤੋਂ ਭਾਵ ਮੈਂ ਨਹੀਂ ਆ, ਜਿਹੜੇ ਤੁਸੀਂ ਸਿਆਣੇ ਲੋਕ ਹੋ, ਜਦੋਂ ਸਮਝ ਰੱਖਦੇ ਆ ਕਿ ਕੁਝ ਗਲਤ ਹੋ ਰਿਹਾ, ਉਹਨੂੰ ਦਰੁਸਤ ਕਰਨ ਲਈ ਆਪਣੇ ਆਪ ਉਪਰਾਲੇ ਵੀ ਕਰ ਸਕਦੇ ਆ। ਸੰਸਥਾਵਾਂ ਬਣ ਜਾਂਦੀਆਂ, ਉਹਨਾਂ ਦੇ ਵਿੱਚ ਮੇਰੇ ਖਿਆਲ ਤੁਸੀਂ ਸਿਰ ਵੀ ਜੋੜ ਲੈਂਦੇ ਹੋ, ਤੁਹਾਨੂੰ ਸਮਝ ਵੀ ਆਉਂਦੀ ਕਿ ਕੀ ਹੋ ਰਿਹਾ, ਲੇਕਿਨ ਅਲਟੀਮੇਟਲੀ ਅਸੀਂ ਸਾਰੇ ਖਿੰਡ ਜਾਂਦੇ ਆ
ਈਗੋ ਕਾਰਨ, ਹਉਮੈ ਕਾਰਨ ਵੱਖਰੇ ਵੱਖਰੇ ਹੋ ਜਾਂਦੇ ਆ। ਤੁਹਾਡਾ ਅਨੁਭਵ ਇਹਨਾਂ ਸਾਰੀਆਂ ਸੰਸਥਾਵਾਂ ਨਾਲ, ਤੁਹਾਡਾ ਵਿਸ਼ਵ ਸਿੱਖ ਸੰਸਥਾ ਜਿਹੜੀ ਸੀਗੀ ਵਰਲਡ ਸਿੱਖ ਕੌਂਸਲ, ਉਹਦੇ ਨਾਲ ਵੀ ਸੰਬੰਧ ਰਿਹਾ, ਜਿਹਦੇ ਜਸਟਿਸ ਕੁਲਦੀਪ ਸਿੰਘ ਪ੍ਰਧਾਨ ਬਣਾਏ ਗਏ ਸੀ ਅਕਾਲ ਤਖਤ ਸਾਹਿਬ ਵੱਲੋਂ, ਔਰ ਤੁਹਾਡਾ ਗਲੋਬਲ ਸਿੱਖ ਸਮੇਤ ਸਾਰੀਆਂ ਸੰਸਥਾਵਾਂ ਨਾਲ ਵੀ ਹੈ। ਇਹ ਅਨੁਭਵ ਕਿੱਦਾਂ ਦੇ ਰਹੇ, ਮੈਨੂੰ ਜ਼ਰੂਰ ਦੱਸਿਓ। ਇਹਦੇ ਵਿੱਚ ਇਹ ਸੀਗੀ ਜੀ, ਦੇਖੋ ਜਦੋਂ WSC ਬਣੀ ਸੀਗੀ ਵਰਲਡ ਸਿੱਖ ਕਾਉਂਸਲ, ਬੜਾ ਵਧੀਆ ਇੱਕ ਉਪਰਾਲਾ ਸੀਗਾ ਸਿੱਖਾਂ ਨੂੰ ਗਲੋਬਲੀ ਇਕੱਠੇ ਕਰਨ ਦਾ, ਤੇ ਅਕਾਲ ਤਖਤ ਤੋਂ ਵੀ ਇਹਦੀ ਜਿਹੜੀ ਸੀਗੀ ਐਕਸੈਪਟੈਂਸ ਪੂਰੀ ਤਰੀਕੇ ਨਾਲ ਹੋ ਗਈ ਸੀ। ਜਸਟਿਸ ਕੁਲਦੀਪ ਸਿੰਘ ਬੜੇ ਵਧੀਆ ਬੰਦੇ, ਤੇ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਇਹ ਪ੍ਰਧਾਨਗੀ ਦਿੱਤੀ ਗਈ ਸੀਗੀ। ਸਗੋਂ ਮੈਂ ਇੱਥੇ ਉਸ ਟਾਈਮ ਚੰਡੀਗੜ੍ਹ ਦੇ ਵਿੱਚ, ਅਸੀਂ ਸੈਕਟਰ 9 'ਚ ਰਹਿੰਦੇ ਸੀਗੇ, ਤੇ ਅਸੀਂ ਇੱਥੇ ਮੀਟਿੰਗਾਂ ਵੀ ਵਰਲਡ ਸਿੱਖ ਕਾਉਂਸਲ ਦੀਆਂ ਇੱਥੇ ਹੋਈਆਂ। ਮੇਰੇ ਮਾਮਾ ਜੀ ਨੇ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਲਈ ਸਮਾਲ ਚੀਜ਼ਾਂ, ਮਤਲਬ ਕੰਪਿਊਟਰ ਆਦਿ ਸ਼ਾਦ, ਉਹ ਸਾਰੇ ਵੀ ਅਸੀਂ ਇੱਥੇ ਮੁਹੱਈਆ ਕਰਾਏ ਕਿ ਵੀ ਆਪਾਂ ਇਹਨੂੰ ਤੋਰੀਏ, ਕਿਉਂਕਿ ਇੱਕ ਇਹ ਬੜਾ ਵਧੀਆ ਉਪਰਾਲਾ ਹੈਗਾ। ਤੇ ਅਨਫੋਰਚੂਨੇਟਲੀ ਉੱਥੇ ਵੀ ਪੋਲਿਟਿਕਸ ਆ ਗਈ ਸੀ। ਸਾਡੀ ਸਭ ਤੋਂ ਵੱਡੀ ਤਰਾਸਦੀ ਰਹੀ ਹੈ ਕਿ ਭਾਵੇਂ ਸਾਡੇ ਧਰਮ ਦੇ ਵਿੱਚ ਆਪਾਂ ਗਿਣ ਲਈਏ, ਭਾਵੇਂ ਚਲੋ ਸੂਬੇ ਦੇ ਵਿੱਚ ਗਿਣ ਲਈਏ, ਇੱਥੇ ਨਾ ਪੋਲਿਟਿਕਸ ਨੇ ਜਿਹੜਾ ਹੈਗਾ ਨਾ, ਮੈਂ ਤੇ ਅਕਸਰ ਇਹ ਕਹਿੰਦਾ ਕਿ ਸਾਡੇ ਧਰਮ ਨੂੰ ਵੀ ਨਾ ਆਪਣੇ ਸਿਆਸਤ ਨੇ ਜਕੜਿਆ ਹੋਇਆ। ਸੋ ਅਗਰ ਤੁਸੀਂ ਗੱਲ ਕਰਦੇ ਹੋ ਯਹੂਦੀਆਂ ਦੀ, ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਯਹੂਦੀ ਕਿੱਦਾਂ ਅੱਗੇ ਤੁਰੇ ਨੇ। ਇੱਕ ਤਾਂ ਆਪਾਂ ਨੂੰ ਸਭ ਪਤਾ ਹੈ ਕਿ ਵੀ ਉਹਨਾਂ ਨੇ ਇਲਮ ਉੱਤੇ, ਪੜ੍ਹਾਈ ਉੱਤੇ ਪੂਰਾ ਜ਼ੋਰ ਦਿੱਤਾ, ਐਂਡ ਇਹ ਜਿਹੜੀ ਗੱਲ ਹੈਗੀ, ਇਹ ਸਾਨੂੰ ਵੀ ਸੋਚ ਸਮਝ ਲੈਣੀ ਚਾਹੀਦੀ ਸੀਗੀ। ਇਹਨਾਂ ਨੇ ਬਥੇਰਾ ਇੱਥੇ ਗੱਲਾਂ ਬਾਤਾਂ ਕੀਤੀਆਂ। ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਪਿੱਛੇ ਕਿ ਵੀ ਸਾਡੀ ਇੱਥੇ ਪੜ੍ਹਾਈ ਵੱਲ ਸਰਕਾਰਾਂ ਨੇ ਕੁਝ ਧਿਆਨ ਨਹੀਂ ਦਿੱਤਾ, ਤੇ ਜਿਹੜੀ ਪੜ੍ਹਾਈਆਂ ਵੀ ਹੋ ਰਹੀਆਂ ਨੇ ਉਹ ਵੀ ਮਤਲਬ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ, ਕੁਝ ਸਾਲ ਪਹਿਲਾਂ ਅਸੀਂ ਇੱਥੇ ਮੁਹਿੰਮ ਚਲਾਈ ਸੀਗੀ, ਜਦੋਂ ਕਿ ਸਾਡੀ ਹਿਸਟਰੀ ਦੀ ਕਿਤਾਬਾਂ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਗਲਤ ਮਲਤ ਪਿਛਲੇ 11-12 ਸਾਲਾਂ ਤੋਂ ਸਾਡੇ ਬੱਚਿਆਂ ਨੂੰ ਪੜ੍ਹਾ ਰਹੇ ਸੀਗੇ, ਜਿਹਦੇ ਗੁਰੂਆਂ ਦੇ ਉਲਟ ਵੀ ਉਹਨਾਂ ਨੇ ਚੀਜ਼ਾਂ ਲਿਖੀਆਂ ਸੀਗੀਆਂ ਕਿ ਜੀ 6ਵੇਂ ਮਹਿਲ ਜਿਹੜੇ ਸੀਗੇ ਉਹ ਜਹਾਂਗੀਰ ਦੇ ਸਿਰਫ ਇੱਕ ਸਿਪਾ ਸਲਾਰ ਸੀਗੇ। ਇਹੋ ਜਿਹੀ ਚੀਜ਼ਾਂ ਜਦੋਂ ਅਸੀਂ ਪੁਆਇੰਟ ਆਊਟ ਕੀਤੀਆਂ ਕਿ ਵੀ ਕਿੱਦਾਂ ਹੋਇਆ, ਕਿਉਂ ਹੋਇਆ, ਮਤਲਬ ਕਹਿਣ ਦਾ ਮੇਰਾ ਮਤਲਬ ਹੈ ਇੱਥੇ ਜਿਹੜੇ ਪੰਜਾਬ ਦੇ ਜਿਹੜੇ ਹੁਣ ਹਾਲਾਤ ਹੋਏ ਨੇ, ਇਹ ਸਕਸੈਸਿਵ ਗਵਰਨਮੈਂਟਸ ਨੇ, ਤੇ ਇਹਦੇ ਵਿੱਚ ਮੈਂ ਨਾਟ ਓਨਲੀ ਸਰਕਾਰ ਚਲੋ ਤੇ ਪੋਲੀਟੀਸ਼ੀਅਨਸ ਨੇ, ਬਟ ਜਿਹੜੀ ਬਿਊਰੋਕ੍ਰੇਸੀ ਹੈ ਉਹਨੂੰ ਵੀ ਮੈਂ ਇੱਕ ਕਿਸਮ ਦਾ ਦੋਸ਼ ਦਿੰਦਾ ਕਿ ਵੀ ਉਹ ਨਹੀਂ ਅੱਗੇ ਤੁਰ ਕੇ ਆਏ ਕਿ ਦੱਸਣ ਦੀ, ਕਿਉਂਕਿ ਉਹ ਤੇ ਦੇਖੋ ਪੜ੍ਹੇ ਲਿਖੇ ਬੰਦੇ ਹੁੰਦੇ ਨੇ, ਜਿਹੜੇ ਬਿਊਰੋਕਰੈਟਸ ਹੁੰਦੇ ਨੇ, IAS ਅਫਸਰ ਹੁੰਦੇ ਨੇ, ਉਹ ਤੇ ਤੁਹਾਨੂੰ ਵੀ, ਤੁਸੀਂ ਵੀ ਭਲੀ ਬਾਤ ਜਾਣਦੇ ਹੋ ਕਿ ਵੀ ਉਹ ਇੰਨੇ ਸਾਰੇ ਕੰਪੀਟੀਸ਼ਨ ਦੇ ਦੌਰਾਨ, ਮਤਲਬ ਉਹ ਆਪਾਂ ਗਿਣਦੇ ਕਿ ਵੀ ਉਹ ਇੰਡੀਆ ਦੀ ਟੀਮ ਹੁੰਦੇ ਨੇ, ਠੀਕ ਹੈ ਨਾ, ਜਦੋਂ ਆਉਂਦੇ ਨੇ IAS ਦੇ ਵਿੱਚ, ਮਗਰ ਉਹ ਵੀ ਜਦੋਂ ਇੱਥੇ ਪੰਜਾਬ 'ਚ ਆਉਂਦੇ ਨੇ ਕੀ ਹੋ ਜਾਂਦਾ ਹੈ ਕਿ ਵੀ ਉਹ ਵੀ ਆਪਣੇ ਜਿਹੜੇ ਸੋ ਕਾਲਡ ਪੋਲੀਟੀਕਲ ਬੌਸਸ ਨੇ ਉਹਨਾਂ ਦੇ ਹੇਠ ਲੱਗ ਜਾਂਦੇ ਨੇ। ਉਹਨਾਂ ਨੂੰ ਮੱਤ ਦੇਣ ਦੀ ਬਜਾਏ ਉਹਨਾਂ ਦੀ ਜਿਹੜੀਆਂ ਪੋਲਿਟਿਕਸ ਦੇ ਵਿੱਚ ਉਹਦੇ ਵਿੱਚ ਖੇਡ ਚਲੇ ਜਾਂਦੇ ਨੇ। ਸੋ ਇਹ ਮੈਂ ਸਮਝਦਾ, ਤੁਸੀਂ ਹੁਣ ਗੱਲ ਆਪਾਂ ਕਰਦੇ ਆ ਝੋਨੇ ਦੀ ਗੱਲ ਕਰ ਲਓ, ਹੁਣ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਾਈ ਹੋਈ ਹੈ, ਕਿੰਨੇ ਸਾਲ ਹੋ ਗਏ ਨੇ, ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਵੀ ਵਾਕਈ ਇਹ ਝੋਨੇ ਦੇ ਨਾਲ ਪੰਜਾਬ ਦਾ ਕੀ ਮਾੜਾ ਹਾਲ ਹੋਣਾ ਕਿ ਬਟ ਇਹੀ ਗੱਲ ਰਹੇਗੀ ਕਿ ਚਲੋ ਸਾਨੂੰ ਕੀ ਹੈਗਾ, ਸਾਨੂੰ ਸਾਡੀ ਮਹੀਨੇ ਦੀ ਤਨਖਾਹ ਮਿਲ ਜਾਂਦੀ ਹੈ, ਘਰੇ ਬੈਠੇ ਆ, ਅਸੀਂ ਕੀ ਲੈਣਾ ਦੇਣਾ, ਝੋਨਾ ਉਗਾਈ ਚੱਲੋ, ਸਰਕਾਰ ਲੈ ਜਾਂਦੀ ਹੈ, ਭਾਵੇਂ ਪੰਜਾਬ ਰੇਗਿਸਤਾਨ ਬਣ ਜਾਏ ਨਾ ਬਣ ਜਾਏ, ਇੰਨੇ ਸਾਲਾਂ ਸਾਨੂੰ ਕੋਈ ਫਿਕਰ ਨਹੀਂ ਹੈਗਾ, ਤੇ ਹੁਣ ਕਿਉਂ ਤੁਹਾਨੂੰ ਆ ਗਿਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਾਡੇ ਪੜ੍ਹੇ ਲਿਖਿਆ ਵੀ ਵਰਗ ਸੀਗਾ, ਉਹਨਾਂ ਨੇ ਵੀ ਆਪਣੀ ਜਿਹੜੀ ਹੈਗੀ ਜ਼ਿੰਮੇਵਾਰੀ ਨਹੀਂ ਨਿਭਾਈ। ਸੋ ਇਨ ਦਿਸ ਸੇਮ ਘਰ ਦੇ ਵਿੱਚ ਅਸੀਂ ਹੁਣ ਜਿਹੜੇ ਸੋ ਕਾਲਡ ਪੜ੍ਹੇ ਲਿਖੇ ਹੈਗੇ, ਰਿਟਾਇਰ ਵੀ ਹੋ ਗਏ ਕੁਝ ਬੰਦੇ, ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀਗਾ ਕਿ ਬਈ ਸਾਡੇ ਕੋਲ ਬਹੁਤ ਵੱਡਾ ਸਰਮਾਇਆ ਹੈ, ਜਿਹੜੇ ਪੜ੍ਹਿਆ ਲਿਖਿਆ ਜਿਹੜਾ ਬੁੱਧੀਜੀਵ ਹੈ, ਮਗਰ ਘਾਟ ਇਸ ਗੱਲ ਦੀ ਹੈਗੀ ਕਿ ਉਹ ਬੁੱਧੀਜੀਵ ਜਿਹੜਾ ਹੈਗਾ ਉਹ ਇਕੱਠਾ ਹੋ ਕੇ ਉਹਨੇ ਆਪਣੇ ਆਪ ਨੂੰ ਪੰਜਾਬ ਦੇ ਮੂਹਰੇ ਸਰਦਾਰ ਸਾਹਿਬ ਕਿਤਾਬ ਤੇ ਕਿਰਪਾਨ ਦਾ ਸੁਮੇਲ ਹੋ ਜਾਂਦਾ ਤੇ ਅਸੀਂ ਕਿੱਥੋਂ ਕਿੱਥੇ ਜਾਂਦੇ। ਸਾਨੂੰ ਵਿਰਾਸਤ ਵਿੱਚ ਸ਼ਬਦ ਗੁਰੂ ਦਾ ਸੰਕਲਪ ਮਿਲਦਾ ਹੈ, ਸ਼ਬਦ ਤੇ ਗਿਆਨ ਦੋ ਵੱਖਰੀਆਂ ਚੀਜ਼ਾਂ ਨਹੀਂ, ਔਰ ਅੱਜ ਦੇ ਦਿਨ ਦੇ ਵਿੱਚ ਅਸੀਂ ਉਹਨਾਂ ਨੂੰ ਬੁੱਧੀਜੀਵੀ ਕਿਵੇਂ ਆਖੀਏ ਜਿਹੜੇ ਹਉਮੈ ਨਹੀਂ ਤਿਆਗ ਸਕਦੇ, ਜਿਹੜੇ ਵੱਡੇ ਹਿੱਤਾਂ ਲਈ ਛੋਟੀ ਈਗੋ ਨਹੀਂ ਛੱਡ ਸਕਦੇ, ਉਹਨਾਂ ਨੂੰ ਕਿੱਦਾਂ ਸਿਆਣੇ ਆਖੀਏ। ਮੈਨੂੰ ਤਾਂ ਕਿਤੇ ਆਪਣੇ ਆਪ ਤੇ ਵੀ ਇੱਕ ਨਿਰਾਸ਼ਾ ਹੋਣ ਲੱਗਦੀ ਹੈ ਕਿ ਮੈਂ ਕਈ ਵਾਰੀ ਮਹਿਸੂਸ ਕਰਦਾ ਕਿ ਬਹੁਤ ਜ਼ਿਆਦਾ ਪੜ੍ਹੇ ਹੋਏ, ਬਹੁਤ ਜ਼ਿਆਦਾ ਵੱਡੀਆਂ ਕਿਤਾਬਾਂ ਲਿਖਣ ਵਾਲੇ, ਬੜੇ ਵੱਡੇ ਕਨਸੈਪਟ ਦੇਣ ਵਾਲੇ ਲੋਕ ਧਰਾਤਲ ਦੇ ਉੱਤੇ ਅਕਸਰ ਫੇਲ ਹੋ ਜਾਂਦੇ ਆ।
ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਵੱਡਾ ਅਕਾਲੀ ਲੀਡਰ ਅਕਸਰ ਸਟੇਜਾਂ ਤੋਂ ਆਖਿਆ ਕਰਦਾ ਸੀ ਕਿ ਇਹ ਜਿਹੜੇ ਸਿਆਣੇ ਲੋਕ ਹੁੰਦੇ ਆ, ਜਦੋਂ ਤੱਕ ਇਹ ਫੈਸਲੇ ਕਰਦੇ ਆ ਅਸੀਂ ਕੋਹਾਂ ਦੂਰ ਲੰਘ ਜਾਂਦੇ, ਇਹ ਸਾਡਾ ਮੁਕਾਬਲਾ ਕਿੱਥੋਂ ਕਰ ਸਕਣਗੇ। ਸਿਆਸਤ ਨੂੰ ਸਿਆਣਪ ਵਾਰਾ ਨਹੀਂ ਖਾਂਦੀ, ਕਿਉਂਕਿ ਸਿਆਸਤ ਨੇ ਇਸ ਖਿੱਤੇ ਨੂੰ ਆਪਣੀ ਸੇਵਾ ਲਈ ਚੁਣਿਆ ਹੀ ਨਹੀਂ, ਉਹਨਾਂ ਲਈ ਤਾਂ ਲੁੱਟ ਮਾਰ ਇਹ ਇੱਕ ਤਰੀਕਾਕਾਰ ਹੈ। ਸੋ ਜਦੋਂ ਤੁਹਾਨੂੰ ਪਤਾ ਹੈ, ਤੁਹਾਡੇ ਵਰਗੇ ਲੋਕਾਂ ਨੂੰ ਪਤਾ ਹੈ ਕਿ ਸਾਡੀ ਬੰਦ ਖਲਾਸੀ, ਸਾਡੇ ਲੋਕਾਂ ਦੀ ਬੰਦ ਖਲਾਸੀ ਦਾ ਰਾਹ ਇੱਥੋਂ ਹੀ ਨਿਕਲਦਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਇੱਕ ਸਿਸਟਮ ਦਈਏ, ਵਿਵਸਥਾ ਦਈਏ, ਉਹਨਾਂ ਲੋਕਾਂ ਨੂੰ ਇੱਕ ਖਾਕਾ ਦਈਏ ਕਿ ਇਸ ਖਾਕੇ ਤੇ ਤੁਰ ਕੇ ਹੀ ਤਰੀਕਾ ਹੋ ਸਕਦਾ। ਅਸੀਂ ਉਹਨਾਂ ਨੂੰ ਐਜੂਕੇਟ ਕਰ ਸਕੀਏ, ਸਮਝਾ ਸਕੀਏ, ਇਲਮ ਦੇ ਸਕੀਏ ਕਿ ਵੋਟ ਠੀਕ ਜਗ੍ਹਾ ਪਾਓ, ਬੰਦਾ ਠੀਕ ਚੁਣੋ, ਤੁਹਾਡੀਆਂ ਲੋੜਾਂ ਕੀ ਨੇ। ਸਿਰਫ ਆਟਾ ਦਾਲ ਤੇ ਸੀਮਤ ਨਾ ਹੋਵੋ, ਸਿਰਫ ਬਿਜਲੀ ਦੇ 500-700 ਦੇ ਬਿੱਲ ਤੇ ਸੀਮਤ ਨਾ ਹੋਵੋ, 50-60 ਲੱਖ ਰੁਪਏ ਦੀ ਗੱਲ ਕਰੋ, ਤੁਸੀਂ ਬਾਕੀ ਪੇਮੈਂਟਸ ਆਪੇ ਕਰ ਲੋਗੇ। ਸੋ ਮੈਨੂੰ ਲੱਗਦਾ ਕਿ ਅਸੀਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਮੌਕਿਆਂ ਤੇ ਫੇਲ ਹੋਏ ਆ। ਤੁਸੀਂ ਠੀਕ ਸਮਝਦੇ ਹੋ ਇਹਨੂੰ? ਬਿਲਕੁਲ ਜੀ, ਮੈਂ ਇਹ ਵੀ ਗੱਲ ਕੀਤੀ ਹੋਈ ਹੈ ਪਹਿਲਾਂ ਕਿ ਦੇਖੋ, ਜਦੋਂ ਇਹ ਸਾਡੀ ਇਹ ਵੀ ਸਾਡੀ ਤਰਾਸਦੀ ਹੈਗੀ ਕਿ ਅਸੀਂ ਆਪਣੇ ਲੋਕਾਂ ਨੂੰ, ਹਾਲਾਂਕਿ ਮੈਂ ਨਹੀਂ ਸਮਝਦਾ, ਮੈਂ ਸਮਝਦਾ ਹਰ ਇੱਕ ਪੰਜਾਬੀ ਜਿਹੜਾ ਹੈਗਾ ਉਹ ਬੜਾ ਸਿਆਣਾ ਹੈ, ਮਗਰ ਉਹ ਅਨਫੋਰਚੂਨੇਟਲੀ ਕਿਉਂਕਿ ਉਹ ਧਰਮ ਤੋਂ ਇਸ ਤੋਂ ਟੁੱਟਿਆ ਹੋਇਆ ਹੈ ਟੂ ਅ ਲਾਰਜ ਐਕਸਟੈਂਟ, ਉਹ ਮਤਲਬ ਕਰਮਕਾਂਡੀ ਜਿਹਾ ਰਹਿ ਗਿਆ ਹੈਗਾ। ਉਹ ਐਕਚੁਅਲੀ ਗੁਰੂ ਦੇ ਜਿਹਨੂੰ ਕਹਿੰਦੇ ਨੇ ਉਸ ਹਿਸਾਬ ਨਾਲ ਲੜ ਨਹੀਂ ਲੱਗਿਆ। ਕਿਉਂਕਿ ਤੁਸੀਂ ਦੇਖੋ ਕਿ 2002 ਚ ਜਦੋਂ ਕੈਪਟਨ ਸਾਹਿਬ ਦੀ ਪਹਿਲੀ ਸਰਕਾਰ ਆਉਂਦੀ ਹੈ, ਉਸ ਟਾਈਮ ਵੀ ਅਕਾਲੀ ਦਲ ਉੱਤੇ ਬਹੁਤ ਇਲਜ਼ਾਮ ਸੀਗਾ ਕਿ ਵੀ ਇਹ ਹਰ ਇੱਕ ਚੀਜ਼ ਲਈ ਪੈਸੇ ਖਾਂਦੇ ਨੇ, ਸਾਰਾ ਮਤਲਬ ਕਰਪਸ਼ਨ ਦਾ ਫੁੱਲ ਇਲਜ਼ਾਮ ਸੀਗਾ। ਰਵਿੰਦਰ ਸਿੰਘ ਵੀ ਅੱਡ ਹੋ ਗਏ ਸੀਗੇ, ਟੋਰਾ ਵੀ ਅੱਡ ਹੋ ਗਿਆ ਸੀਗਾ ਸਾਰੇ। ਮਗਰ ਤਾਂ ਵੀ ਦੇਖੋ 2002 ਦੇ ਵਿੱਚ ਇਹਨਾਂ ਨੂੰ 44 ਲੱਖ ਵੋਟਾਂ ਪਈਆਂ ਅਕਾਲੀ ਦਲ ਬਾਦਲ। ਕਿਉਂਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਕਿਉਂਕਿ ਬੱਤੀ ਤੇ ਪਾਣੀ ਮੁਫਤ ਹੋ ਗਈ ਸੀਗੀ ਤੇ ਲੋਕਾਂ ਨੇ ਆਮ ਪਿੰਡਾਂ 'ਚ ਕਹਿਣਾ ਸ਼ੁਰੂ ਕਰਤਾ ਸੀਗਾ ਹੁਣ ਬੱਤੀ ਪਾਣੀ ਤਾਂ ਮੁਫਤ ਕਰਤੀ ਤੇ ਹੁਣ ਆਪਣੇ ਸਾਡੇ ਇੱਥੇ ਪਿੰਡ ਥੋੜੀ ਨਾ ਉਹਨੇ ਆ ਕੇ ਆਪਣੀ ਰਿਸ਼ਤੇਦਾਰੀ ਬਣਾ ਲੈਣੀ ਸੀਗੀ। ਸੋ ਲੋਕਾਂ ਦਾ ਜਿਹੜਾ ਹੈਗਾ ਨਾ ਨਜ਼ਰੀਆ, ਅਨਫੋਰਚੂਨੇਟਲੀ ਸਾਨੂੰ ਉਹਦੇ ਵਿੱਚ ਵੀ ਧਿਆਨ ਦੇਣਾ ਚਾਹੀਦਾ ਤੇ ਉਹਨਾਂ ਦਾ ਜਿਹੜੀ ਵਿਜ਼ਨ ਹੈ ਉਹ ਸਾਨੂੰ ਆਪਣੀ ਲੋੜ ਤੋਂ ਅੱਗੇ ਵੀ ਤੋਰਨ ਦੀ ਲੋੜ ਹੈ। ਤੇ ਉਹ ਤਾਂ ਹੀ ਹੋਏਗਾ ਅਗਰ ਲੋਕ ਜਿਹੜੇ ਨੇ ਇੱਕ ਤਾਂ ਗੁਰੂ ਦੇ ਲੜ ਲੱਗਣਗੇ, ਦੂਜਾ ਉਹਨਾਂ ਨੂੰ ਜਿੱਦਾਂ ਇੱਥੇ ਤਾਲੀਮ ਹਾਸਲ ਹੁੰਦੀ ਰਹੇਗੀ ਉਸ ਹਿਸਾਬ ਨਾਲ ਜਿਹੜਾ ਐਜੂਕੇਟਡ ਬੰਦਾ ਹੈ ਉਹ ਭਲੀ ਭਾਂਤ ਇਸ ਚੀਜ਼ ਜਾਣਦਾ ਹੈ। ਜਿਹੜਾ ਵੀ ਐਜੂਕੇਟਡ ਬੰਦਾ ਹੈ ਉਹਨੂੰ ਪਤਾ ਹੈ ਕਿ ਵੀ ਕਿਹੜੇ ਬੰਦੇ ਕਿੱਥੇ ਖੜੇ ਹੋਏ ਨੇ। ਤੀਜੀ ਗੱਲ ਰਹੀ, ਮੈਂ ਰਿਮੈਂਬਰ ਮੈਂ ਗੁਰਬੀਰ ਸਿੰਘ ਹੈਗੇ ਆਪਣੇ ਡਾਕਟਰ ਜਸਟਿਸ ਗੁਰਨਾਮ ਸਿੰਘ ਦੇ ਛੋਟੇ ਲੜਕੇ ਜਿਹੜੇ ਚੀਫ ਮਿਨਿਸਟਰ ਹੁੰਦੇ ਸੀਗੇ, ਉਹ ਵੀ ਸਾਡੇ ਸਕੂਲ ਦੇ ਪੜ੍ਹੇ ਹੋਏ ਨੇ ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ। ਐਂਡ ਆਈ ਨੋ ਦਿਸ ਫॉर ਅ ਫੈਕਟ ਕਿ ਵੀ ਅਕਾਲੀ ਦਲ ਜਿਹੜਾ ਸੀਗਾ, ਅਕਾਲੀ ਦਲ ਭਾਵੇਂ ਕਿ ਮੈਂ ਕਹਿੰਦੀ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਵੀ ਮੈਂ ਸੇਵਾ ਨਿਭਾ ਰਿਹਾ, ਅਕਾਲੀ ਦਲ ਸਿੰਘ ਸਭਾ ਲਹਿਰ ਤੋਂ ਹੀ ਬਣੀ ਇੱਕ ਸੰਸਥਾ ਹੈ, ਠੀਕ ਹੈ ਜੀ। ਮਗਰ ਉਹਨਾਂ ਨੇ ਸਿੰਘ ਸਭਾਈ ਥਾਟ ਜਿਹੜੀ ਸੀਗੀ ਉਹਨੂੰ ਚਲੋ ਉਸ ਤੋਂ ਕੋਸੋਂ ਦੂਰ ਚਲੇ ਗਏ ਨੇ। ਸਪੈਸ਼ਲੀ ਜਿਹੜਾ ਅੱਜ ਦਾ ਅਕਾਲੀ ਦਲ, ਜਿਹੜਾ ਮੇਨ ਅਕਾਲੀ ਦਲ ਜਿਹਨੂੰ ਆਪਾਂ ਗਿਣ ਲਈਏ ਬਾਦਲ ਦਾ, ਤੇ ਉਹਦੇ ਵਿੱਚ ਉਹਨੇ ਇੱਕ ਬੜੀ ਵਧੀਆ ਗੱਲ ਕੀਤੀ। ਕਹਿੰਦੇ ਯਾਰ ਜਦੋਂ ਅਕਾਲੀ ਬਣੇ ਨੇ ਇਟ ਵਾਸ ਅ ਰਿਐਕਸ਼ਨ ਟੂ ਦੀ ਐਜੂਕੇਟਡ ਸਿੱਖ, ਕਿਉਂਕਿ ਜਿਹੜੇ ਸਿੱਖ ਪਹਿਲਾਂ ਅਕਾਲੀ ਦਲ ਬਣਨ ਤੋਂ ਪਹਿਲਾਂ ਸਿੱਖ ਇਹ ਨਹੀਂ ਸੀਗੇ ਕਿ ਵੀ ਸਿੱਖ ਅੰਗਰੇਜ਼ ਦੇ ਟਾਈਮ ਦੇ ਵਿੱਚ ਉਹ ਪ੍ਰੋਵਿੰਸ਼ੀਅਲ ਅਸੈਂਬਲੀ 'ਚ ਨਹੀਂ ਸੀਗੇ, ਬਟ ਉਹ ਸਿੱਖ ਸੀਗੇ ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਆਣੀ ਜ਼ਰੂਰੀ ਸੀ। ਸੋ ਦੇਵਰ ਬਾਈ ਲਾਰਜ ਉਹਨਾਂ ਨੂੰ ਐਜੂਕੇਸ਼ਨ ਦਾ ਮਤਲਬ ਉਹਨਾਂ ਨੂੰ ਐਜੂਕੇਟ ਮਤਲਬ ਬਿਕੋਜ਼ ਆਫ ਦੈਟ ਐਜੂਕੇਸ਼ਨ ਇੱਕ ਉਹਨਾਂ ਦੀ ਪ੍ਰੀ ਕੰਡੀਸ਼ਨ ਸੀ। ਸੋ ਜਿਹੜਾ ਅਕਾਲੀ ਦਲ ਬਣਿਆ ਉਹਨਾਂ ਨੇ ਦੇ ਐਕਚੁਅਲੀ ਬਿਕੇਮ ਐਜ਼ ਅ ਰਿਐਕਸ਼ਨ ਟੂ ਦੀ ਆਲਸੋ ਐਜੂਕੇਟਡ ਸਿੱਖ। ਤਾਂ ਹੀ ਤੁਸੀਂ ਦੇਖੋਗੇ ਅਕਾਲੀ ਦਲ ਦੇ ਜਿਹੜੇ ਵੀ ਲੀਡਰ ਰਹੇ ਨੇ, ਹੁਣ ਆਪਾਂ ਕਹਿ ਦਈਏ ਭਾਵੇਂ ਤੁਸੀਂ ਸ਼ੁਰੂ ਤੋਂ ਲੈ ਲਓ, ਕੋਈ ਐਜੂਕੇਟਡ ਕੋਈ ਬੰਦਾ ਜਿਹੜਾ ਹੈਗਾ ਜਿਹੜਾ ਆਪਾਂ ਕੋ ਗਿਣ ਸਕਦੇ ਹਾਂ ਕਿ ਵੀ ਕੋਈ ਰੀਅਲੀ ਐਜੂਕੇਟਡ ਸਿੱਖ ਇਹਦਾ ਪ੍ਰਧਾਨ ਰਿਹਾ ਹੋਵੇ ਜਾਂ ਇਹਦੇ ਵਿੱਚ ਆਏ ਹੋਏ। ਸੋ ਇਹਨਾਂ ਨੇ ਬਾਈ ਡਿਜ਼ਾਈਨ ਨਾਟ ਬਾਈ ਡਿਫਾਲਟ ਇਹਨਾਂ ਨੇ ਜਿਹੜਾ ਐਜੂਕੇਟਡ ਵਰਗ ਹੈਗਾ ਉਹਨੂੰ ਬਾਹਰ ਰੱਖਿਆ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਵੀ ਆਪਾਂ ਸਿਰਫ ਤੇ ਸਿਰਫ ਵੋਟਾਂ ਧਾਰਮਿਕ ਮਸਲਾ ਨੂੰ ਕਰਦੇ ਹੋ ਭਾਵੇਂ ਗਲਤ ਤਰੀਕੇ ਨਾਲ ਕਿ ਜੀ ਅਸੀਂ ਸਿਰਫ ਕੀ ਕੌਮੀ ਰੱਖਿਅਕ ਹੈਗੇ ਦਿਸ ਦੈਟ ਐਂਡ ਦੀ ਅਦਰ। ਇਹਨਾਂ ਨੇ ਮੁੱਦਿਆਂ ਉੱਤੇ ਕਦੇ ਨਹੀਂ ਕੀਤੀ, ਨਹੀਂ ਤੇ ਪੰਜਾਬ ਦੇ ਇੰਨੇ ਮੁੱਦੇ ਸੀਗੇ ਇਹਨਾਂ ਨੂੰ ਪੰਥ ਖਤਰੇ 'ਚ ਦਾ ਨਾਰਾ ਲਾਉਂਦੇ ਰਹੇ। ਤੁਹਾਡੀ ਗੱਲ ਨੂੰ ਰੋਕਿਆ ਮੈਂ, ਬਸ ਉਹੀ ਗੱਲ ਹੈਗੀ ਜਿਹੜਾ ਪੰਜਾਬ ਦਾ ਮੁੱਦਾ ਹੋਇਆ ਉਹਨਾਂ ਨੇ ਸਿੱਖ ਮੁੱਦਾ ਕਰਕੇ ਉਹਨਾਂ ਨੇ ਪੇਸ਼ ਕਰਤਾ। ਵੀ ਪਾਣੀਆਂ ਦਾ ਮੁੱਦਾ ਠੀਕ ਹੈ, ਭਾਵੇਂ ਯੂ ਕੈਨ ਸੇ 80-90% ਚਲੋ ਜ਼ਮੀਂਦਾਰ ਸਿੱਖ ਨੇ ਜਿੱਦਾਂ ਵੀ ਹੈ, ਬਟ ਪਾਣੀ ਸਿਰਫ ਸਿੱਖਾਂ ਨੇ ਤੇ ਨਹੀਂ ਪੰਜਾਬ 'ਚ ਵਰਤਣਾ।
ਤੇ ਉਹਨਾਂ ਨੇ ਉਹ ਪਾਣੀ ਦਾ ਮੁੱਦਾ ਵੀ ਉਹਨਾਂ ਨੇ ਸਿੱਖਾਂ ਦਾ ਮੁੱਦਾ ਕਰਕੇ ਪੇਸ਼ ਕਰਤਾ, ਕਿਉਂਕਿ ਉਹਨਾਂ ਨੂੰ ਹੋਰ ਕੋਈ ਅਕਲ ਹੀ ਨਹੀਂ ਸੀਗੀ। ਉਹਨਾਂ ਨੇ ਹਰ ਇੱਕ ਮੁੱਦੇ ਨੂੰ ਪੰਥਕ ਮੁੱਦਾ ਕਰਕੇ ਉਹਨਾਂ ਨੇ ਪੇਸ਼ ਕੀਤਾ। ਸੋ ਇਹ ਮੈਂ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਬਾਈ ਡਿਜ਼ਾਈਨ ਜਿਹੜਾ ਐਜੂਕੇਟਿਡ ਵਰਗ ਹੈਗਾ ਉਹਨਾਂ ਨੂੰ ਅਕਾਲੀ ਦਲ ਨੇ ਬਾਹਰ ਰੱਖਿਆ। ਬਟ ਉਹ ਕਹਿੰਦਿਆਂ ਹੋਇਆ ਮੈਂ ਆਪਣੇ ਆਪ ਨੂੰ ਇਸ ਤੋਂ ਸੁਰਖਰੂ ਨਹੀਂ ਕਰਦਾ ਕਿ ਵੀ ਜਿਹੜਾ ਸਾਡਾ ਜਿਹੜਾ ਫਰਜ਼ ਬਣਦਾ ਹੈ ਕਿ ਇਹ ਜੋ ਮਰਜ਼ੀ ਕਰੀ ਜਾਣ, ਸਾਨੂੰ ਹੁਣ ਵੀ ਹੈਗਾ, ਹਾਲੀ ਵੀ ਕੋਈ ਦੇਰੀ ਨਹੀਂ ਹੋਈ। ਦੇਖੋ ਮੈਂ ਜਿੱਦਾਂ ਪਹਿਲਾਂ ਵੀ ਗੱਲ ਕਰ ਹਟਿਆ ਕਿ ਵੀ ਇਹ ਆਪਣੇ ਜਿਹੜਾ ਪੰਜਾਬੀ ਹੈਗਾ ਇਹ ਬੜਾ ਸਿਆਣਾ ਹੈਗਾ। ਅਗਰ ਇਹਨੂੰ ਆਪਾਂ ਬੈਠ ਕੇ ਚਲੋ ਨਾਟ 1 to 1 ਬਟ ਤੁਹਾਡੇ ਜਰੀਏ, ਹੁਣ ਦੇਖੋ ਅਸੀਂ ਬਥੇਰੀਆਂ ਇੱਥੇ ਅਸੀਂ ਚੰਡੀਗੜ੍ਹ ਇੱਕ ਸਿੱਖ ਵਿਚਾਰ ਮੰਚ ਵੀ ਬਣਾਇਆ ਹੋਇਆ, ਟਾਈਮ ਟੂ ਟਾਈਮ ਇੱਥੇ ਵਿੱਚ ਦਾ ਗੁਰਤੇਜ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ, ਬੀਬੀ ਖਾਲੜਾ, ਆਪਣਾ ਕਈ ਪੱਤਰਕਾਰ ਨੇ, ਕਰਮਜੀਤ ਸਿੰਘ, ਜਸਪਾਲ ਸਿੰਘ, ਐਕਸ UNI ਵਾਲੇ ਤੇ ਡਾਕਟਰ ਖੁਸ਼ਹਾਲ, ਅਸੀਂ ਸਾਰੇ ਇਕੱਠੇ ਬੈਠ ਕੇ ਇੱਥੇ ਵਿਚਾਰ ਕਰਦੇ ਹਾਂ। ਅਸੀਂ ਟਾਈਮ ਟੂ ਟਾਈਮ ਅਸੀਂ ਪ੍ਰੈਸ ਰਿਲੀਜ਼ ਵੀ ਦਿੰਦੇ ਹਾਂ। ਖੁਸ਼ੀ ਦੀ ਗੱਲ ਹੈਗੀ ਜਿਹੜਾ ਵਰਨੈਕੂਲਰ ਪ੍ਰੈਸ ਹੈ ਉਹ ਤੇ ਤਾਂ ਵੀ ਸਾਡੀ ਕੋਈ ਗੱਲਬਾਤ ਛਾਪ ਦਿੰਦਾ ਹੈ, ਬਟ ਅੰਗਰੇਜ਼ੀ ਦੀ ਜਿਹੜੀ ਅਖਬਾਰਾਂ ਨੇ ਉਹ ਸਾਡੀ ਗੱਲਾਂ ਬਾਤਾਂ ਬਿਲਕੁਲ ਨਹੀਂ ਛਾਪਦੀਆਂ। ਚਲੋ ਡਜ਼ਨਟ ਮੈਟਰ ਜੋ ਵੀ ਹੈ, ਬਟ ਅੱਜ ਦਾ ਟਾਈਮ ਸੋ ਅਸੀਂ ਵੀ ਡਿਸਾਈਡ ਕੀਤਾ ਹੈ ਕਿ ਵੀ ਅੱਜ ਦੇ ਟਾਈਮ ਦੇ ਵਿੱਚ ਸਿਰਫ ਸੋਸ਼ਲ ਮੀਡੀਆ ਦਾ ਹੀ ਸਾਨੂੰ ਆਸਰਾ ਲੈਣਾ ਪੈਣਾ ਹੈ, ਤੇ ਉਹਦੇ ਵਿੱਚ ਤੁਹਾਡੇ ਵਰਗੀਆਂ ਜਿਹੜੇ ਚੈਨਲ ਨੇ, ਹੋਰ ਬਾਕੀ ਸੋਸ਼ਲ ਮੀਡੀਆ ਦੇ ਜਿਹੜੇ ਹੈਗੇ, ਉੱਥੇ ਵਿੱਚ ਸਾਨੂੰ ਜਾ ਕੇ ਤੇ ਤੁਹਾਨੂੰ ਬੇਨਤੀ ਕਰਨੀ ਪੈਣੀ ਹੈ ਸਾਨੂੰ ਕਿ ਵੀ ਤੁਸੀਂ ਸਾਡੀ ਜਿਹੜੀ ਗੱਲਬਾਤ ਹੈ ਉਹ ਤੁਸੀਂ ਆਵਾਮ ਤੱਕ ਪਹੁੰਚਾਓ। ਕਿਉਂਕਿ ਅਸੀਂ ਜਿਹੜੀਆਂ ਵੀ ਗੱਲਾਂ ਬਾਤਾਂ ਕਰਦੇ ਹਾਂ, ਅਸੀਂ ਇਹ ਨਹੀਂ ਕਿ ਵੀ ਅਸੀਂ ਚਿੰਤਾਤਰ ਨਹੀਂ ਹੈਗੇ। ਅਸੀਂ ਇਸ ਗੱਲ ਦੇ ਉੱਤੇ ਬਿਲਕੁਲ ਅਸੀਂ ਸੋਚਦੇ ਹਾਂ ਕਿ ਵੀ ਅਸੀਂ ਪੰਜਾਬ ਦੇ ਸਾਰੇ ਜਿਹੜੇ ਮਸਲੇ ਨੇ ਉਹਨਾਂ ਦਾ ਸਾਰਾ ਜਿਹੜਾ ਜਿਨ੍ਹਾਂ ਨੂੰ ਦੋਸ਼ ਵੀ ਦੇਣਾ ਹੈ ਤੇ ਉਹਨਾਂ ਦਾ ਹੱਲ ਵੀ ਕੀ ਹੈ, ਅਸੀਂ ਅੱਗੇ ਤੋਂ ਅਸੀਂ ਸਾਰਾ ਕੁਝ ਬਾਏ ਅੰਕੜਿਆਂ ਨਾਲ ਲੈ ਕੇ ਨਹੀਂ। ਸਰਦਾਰ ਸਾਹਿਬ ਤੁਹਾਨੂੰ ਰੋਕ ਰਿਹਾ, ਮਾਫੀ ਚਾਹੁੰਦਾ ਹੈ, ਰੋਕ ਰਿਹਾ। ਤੁਸੀਂ ਇੱਕ ਗੱਲ ਕੀਤੀ ਸੀਗੀ ਕਿ ਜਦੋਂ ਬਾਦਲ ਇੰਨੇ ਪ੍ਰਤੀਸ਼ਤ ਵੋਟਾਂ ਲੈ ਕੇ ਆ ਗਏ ਬਿਜਲੀ ਵਾਲੀ ਗੱਲ ਦੇ ਉੱਤੇ ਜਾਂ ਛੋਟੀਆਂ ਸਹੂਲਤਾਂ ਦੇ ਉੱਤੇ, ਦੇਖੋ ਇਹ ਕੋਈ ਅੱਤਕਥਨੀ ਨਹੀਂ, ਇਹ ਕੋਈ ਅੱਤਕਥਨੀ ਨਹੀਂ। ਜੇ ਉਹ ਉਦਾਹਰਨਾਂ ਨੇ ਤੇ ਉਦਾਹਰਨ ਇਹ ਵੀ ਆ, ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਇਹਨਾਂ ਸੈਗਮੈਂਟਸ ਦੇ ਵਿੱਚ, ਕਿ ਜਦੋਂ ਕੇਜਰੀਵਾਲ ਬਦਲਾਅ ਲਈ ਆਉਂਦਾ ਤੇ ਕੇਜਰੀਵਾਲ ਨੂੰ ਸਭ ਤੋਂ ਵੱਡਾ ਹੰਗਾਰਾ ਪੰਜਾਬ ਦਿੰਦਾ, ਪੰਜਾਬੀ ਦਿੰਦੇ, ਉਹਨੇ ਕੋਈ ਲਾਲਚ ਨਹੀਂ ਸੀ ਦਿੱਤੇ, ਨਾ ਦੇਣ ਜੋਗਾ ਸੀ। ਇਹ 14 ਦੀ ਪਾਰਲੀਮੈਂਟਰੀ ਇਲੈਕਸ਼ਨ ਦੀ ਮੈਂ ਗੱਲ ਕਰਦਾ, ਔਰ ਮੇਰਾ ਖਿਆਲ ਆ ਕਿ ਉਹ ਜਿੱਤ ਜੋਗੇ ਵਿਧਾਨ ਸਭਾ ਹਲਕਿਆਂ ਚੋਂ ਲੀਡ ਹਾਸਲ ਕਰਦਾ। ਮੈਂ ਕਹਿੰਦਾ ਕਿ ਪੰਜਾਬੀ ਹਾਮੀ ਭਰਨ ਨੂੰ ਕਾਲੇ ਨੇ, ਤਗੜੇ ਨੇ। ਸਵਾਲ ਖੜਾ ਹੁੰਦਾ ਹੈ ਭਰੋਸਾ ਕਿੱਦਾਂ ਕਰਨ। ਕੇਜਰੀਵਾਲ ਤੇ ਉਹਨਾਂ ਨੂੰ ਭਰੋਸਾ ਲੱਗਿਆ ਸੀ ਕਿ ਫਾਈਟਰ ਹੈ, ਯੁੱਧ ਲੜਿਆ, ਦਿੱਲੀ 'ਚ ਡਾਢਿਆਂ ਦੇ ਕੇ ਖਲੋ ਗਏ। ਸਾਡੇ ਲੋਕ ਜਿਹੜੇ ਜੁਝਾਰੂਆਂ ਦੇ ਮਗਰ ਚੱਲਦੇ ਆ, ਸਾਡੇ ਇੱਥੇ ਨਾਇਕਤਾ ਪ੍ਰਧਾਨ ਆ, ਨਾਇਕ ਹੀਰੋ ਨੂੰ ਅਸੀਂ ਸਲਾਮ ਕਰਦੇ ਆ। ਜਿਸ ਵੀ ਖੇਤਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖ ਲਓ, ਇਤਿਹਾਸ ਗਵਾਹ ਹੈ, ਅਸੀਂ ਨਾਇਕ ਦੇ ਪਿੱਛੇ ਜਾਂਦੇ ਆ। ਪੰਜਾਬ ਨਾਇਕ ਨਹੀਂ ਪੈਦਾ ਕਰ ਪਾ ਰਿਹਾ, ਲੀਡਰਸ਼ਿਪ ਦੀ ਕ੍ਰੈਡੀਬਿਲਿਟੀ ਦਾਅ ਤੇ ਲੱਗੀ ਪਈ ਆ। ਜਿਹੜੇ ਨਵੇਂ ਉੱਭਰ ਕੇ ਆਉਂਦੇ ਦੋ ਸਥਾਪਿਤ ਪਾਰਟੀਆਂ ਚੋਂ ਨਿਕਲ ਕੇ ਤੀਜੀ ਧਿਰ ਬਣਾਉਂਦੇ ਆ, ਆਉਂਦਿਆਂ ਹੀ ਪੰਗੇ 'ਚ ਫਸ ਜਾਂਦੇ ਆ। ਮੈਂ ਅੱਜ ਕਿਤੇ ਦੇਖਦਾ ਪਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਕਿਸੇ ਸਕੂਲ ਦੇ ਖਿਲਾਫ ਜਾ ਕੇ ਧਰਨਾ ਦੇਣ ਜਾ ਰਿਹਾ ਸੀ। ਸਾਨੂੰ ਵੀ ਮੈਸੇਜ ਆਉਂਦਾ ਹੈ ਕਿ ਦੋਸਤੋ ਮੈਨੂੰ ਸਪੋਰਟ ਕਰੋ। ਮੈਂ ਸੋਚਦਾ ਹਾਂ ਕਿ ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲਾ ਸੁਖਪਾਲ ਸਿੰਘ ਖਹਿਰਾ ਕਿਸੇ ਸਰਕਾਰੀ ਸਕੂਲ 'ਚ ਪੜ੍ਹਿਆ, ਇਹਦਾ ਮੁੰਡਾ ਕਿਸੇ ਸਰਕਾਰੀ ਸਕੂਲ 'ਚ ਪੜ੍ਹਿਆ। ਮੈਨੂੰ ਤਰਸ ਆਉਂਦਾ ਹੈ ਲੀਡਰਸ਼ਿਪ ਛੋਟੀ ਵੋਟ ਗ੍ਰੈਬ ਕਰਨ ਲਈ ਕੀ ਕਰਦੀ ਕੀ ਫਿਰਦੀ ਹੈ। ਜੇ ਪੰਜਾਬ ਦੇ ਵਿੱਚ ਸਰਕਾਰੀ ਸਿਸਟਮ ਫੇਲ ਹੋ ਗਿਆ, ਜੇ ਲੋਕਾਂ ਦੇ ਬੱਚੇ ਪੜ੍ਹੇ ਤੇ ਪ੍ਰਾਈਵੇਟ ਸਕੂਲਾਂ ਕਰਕੇ ਪੜ੍ਹੇ, ਜਿਹੜਾ ਰਹਿੰਦਾ ਖੁੰਦਾ ਸਾਹ ਆ ਸਰਕਾਰ ਤੇ ਚਾਹੁੰਦੀ ਇਹ ਖਤਮ ਹੋ ਜੇ, ਪੰਜਾਬ ਦੇ ਲੋਕ ਪੜ੍ਹ ਹੀ ਨਾ ਸਕਣ, ਅਸੀਂ ਉਸੇ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦੇ। ਜੇ ਸੁਖਪਾਲ ਸਿੰਘ ਖਹਿਰਾ ਵਰਗੇ ਲੋਕ ਜਿਨ੍ਹਾਂ ਤੋਂ ਆਸ ਰੱਖਦੇ ਲੋਕ, ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ABCD ਕਿੰਨੇ ਨਾਂ ਆ ਜਾਂਦੇ ਆ, ਬਈ ਇਹ ਪੰਜਾਬ ਦੀ ਮੁਸ਼ਕਲ ਦੇ ਵਿੱਚੋਂ ਨਿਜਾਤ ਦਿਵਾਉਣਗੇ, ਤੇ ਇਹ ਤਾਂ ਆਪ ਅਜੇ ਬੌਣੇ ਨੇ ਸੋਚ ਪੱਖੋਂ। ਸੋ ਕਈ ਵਾਰੀ ਤਕਲੀਫ ਹੁੰਦੀ ਆ ਕਿ ਜੇਕਰ ਇਹ ਲੋਕ ਫੇਲ ਹੋ ਗਏ ਧਰਾਤਲ ਤੇ, ਨਵੀਂ ਲੀਡਰਸ਼ਿਪ ਖੜੀ ਕਰਨ ਲਈ ਸਿਆਣਾ ਬੰਦਾ ਬਲੂਪ੍ਰਿੰਟ ਬਣਾ ਕੇ ਦਵੇ, ਖਾਕਾ ਉਲੀਕ ਕੇ ਦਵੇ, ਨੀਤੀ ਬਣਾ ਕੇ ਦਵੇ ਕਿ ਆਖਰ ਕਿੱਦਾਂ ਆਰਥਿਕ ਤੌਰ ਤੇ ਯੁੱਧ ਲੜੀਏ, ਸਮਾਜਿਕ ਤੌਰ ਤੇ, ਐਜੂਕੇਸ਼ਨ ਦੇ ਤੌਰ ਤੇ, ਹੈਲਥ ਦੇ ਤੌਰ ਤੇ, ਪੁਲਿਸ ਸੁਧਾਰਾਂ ਦੇ ਤੌਰ ਤੇ। ਹਰ ਬੰਦਾ ਇਸੇ ਗੱਲ ਤੋਂ ਡਰਿਆ ਨਾ, ਮੇਰੇ ਤੇ ਪਰਚਾ ਨਾ ਹੋ ਜੇ, ਪਰਚਾ ਹੋ ਜੂ ਫਿਰ ਕੀ ਹੋ ਜੂ। ਸਵਾਲ ਤੇ ਸਰਦਾਰ ਸਾਹਿਬ ਇਹ ਆ ਕਿ ਗੱਲ ਹੁਣ ਚੈਨਲਾਂ ਦੀ ਨਹੀਂ ਕਿ ਕੌਣ ਚੈਨਲ, ਕੌਣ ਅਖਬਾਰ, ਕੌਣ ਕੁਛ। ਇਸ ਵੇਲੇ ਤਾਂ ਯੁੱਧ ਸਥਾਪਤੀ ਨਾਲ ਨਹੀਂਗਾ, ਯੁੱਧ ਆਪਣੀ ਪਛਾਣ ਦਾ ਹੈ ਤੇ ਆਪਣੀ ਹੋਂਦ ਹਸਤੀ ਦਾ ਹੈ, ਇਹਨੇ ਮਿਟ ਜਾਣਾ। ਸੋ ਤੁਹਾਡੇ ਵਰਗੇ ਲੋਕਾਂ ਨੂੰ ਇਹ ਸਾਡੀ ਬੇਨਤੀ ਆ ਕਿ ਇਸ ਮੁੱਦੇ ਦੇ ਉੱਤੇ
ਇਸ ਮੁੱਦੇ ਦੇ ਉੱਤੇ ਨਿੱਠ ਕੇ ਵਿਚਾਰ ਕਰੋ ਕਿ ਪੰਜਾਬੀਆਂ ਨੂੰ ਕੋਈ ਮੁੱਦਾ ਦਿਓ, ਪੰਜਾਬੀਆਂ ਨੂੰ ਏਜੰਡਾ ਦਿਓ। ਸਾਰੀਆਂ ਪਾਰਟੀਆਂ ਸਿਰਫ ਲਾਰੇ ਲਾਉਂਦੀਆਂ, ਦੂਜੇ ਨੂੰ ਭੰਡਦੀਆਂ। ਕੀ ਕੀਤਾ ਜਾਣਾ ਚਾਹੀਦਾ ਕੋਈ ਨਹੀਂ ਦੱਸਦਾ। ਕੀ ਕੀਤਾ ਜਾਵੇ ਇਹ ਬੜਾ ਜ਼ਰੂਰੀ ਆ। ਉਹ ਦੱਸਣ ਜਿਨ੍ਹਾਂ ਕੋ ਸਮਝ ਹੈ, ਜਿਨ੍ਹਾਂ ਨੂੰ ਪਤਾ ਕਿ ਯੂਰਪ ਦੇ ਕਿਹੜੇ ਮੁਲਕ ਦੀ ਐਜੂਕੇਸ਼ਨ ਬਿਹਤਰ ਆ, ਲਿਆਓ ਉਹਨੂੰ ਖੰਗਾਲ ਕੇ ਲਿਆਓ। ਜਿਨ੍ਹਾਂ ਨੂੰ ਪਤਾ ਹੈ ਕਿ ਇੰਡਸਟਰੀ ਕਿਹੜੇ ਮੁਲਕ ਦੀ ਬਿਹਤਰ ਤਰੀਕੇ ਨਾਲ ਚੱਲੀ, ਉਹਦਾ ਖਾਕਾ ਲਿਆਓ। ਜਿਨ੍ਹਾਂ ਨੂੰ ਪਤਾ ਕਿ ਪੁਲਿਸ ਸਭ ਤੋਂ ਵਧੀਆ ਕੰਮ ਕਿੱਥੇ ਕਰਦੀ, ਉਹਦਾ ਖਾਕਾ ਲਿਆਓ। ਪੰਜਾਬੀਆਂ ਨੂੰ ਸਿਸਟਮ ਬਣਾ ਕੇ ਦਿਓ, ਸਾਨੂੰ ਹੀਣੇ ਨਾ ਬਣਾਓ। ਸੋ ਮੈਨੂੰ ਲੱਗਦਾ ਕਿ ਸਿਆਣੇ ਲੋਕ ਆਪਣੇ ਘਰਾਂ ਦੇ ਸੁੱਖ ਸਹੂਲਤਾਂ ਛੱਡਣ, ਤੁਸੀਂ ਆਪਣੇ ਜਿਹੜੇ ਤੁਹਾਡੇ ਕਾਊਚ ਨੇ ਉਹਨਾਂ ਨੂੰ ਛੱਡੋ, ਤੁਸੀਂ ਵਿਸਕੀਆਂ ਨੂੰ ਛੱਡੋ। ਤੁਸੀਂ ਤਾਂ ਗੁਰਸਿੱਖ ਹੋ। ਬਹੁਤ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਜਿਹੜੇ ਲੋਕ ਸ਼ਾਮ ਨੂੰ 2 ਪੈਗ ਵਿਸਕੀ ਤੇ ਬਹੁਤ ਇੰਟੈਂਸ ਪੋਲਿਟਿਕਸ ਦੀ ਗੱਲ ਕਰਦੇ ਆ, ਜਿਹੜੇ ਲੋਕ ਬਹੁਤ ਇੰਟੈਂਸ ਪੰਜਾਬੀਅਤ ਦੀ ਗੱਲ ਕਰਦੇ ਆ, ਸੰਘਣੀ ਗੱਲ ਕਰਦੇ ਆ, ਜਿਨ੍ਹਾਂ ਨੂੰ ਬਹੁਤ ਫਿਕਰ ਆ, ਉਹਨਾਂ ਨੂੰ ਫਿਕਰ ਨਾਲ ਲੈ ਕੇ ਮੈਦਾਨ 'ਚ ਆਉਣਾ ਪਊ, ਜੂਝਣਾ ਪਊ। ਮੇਰੇ ਖਿਆਲ ਤੁਸੀਂ ਸਹਿਮਤ ਹੋਵੋਗੇ। ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਜੀ। ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਕੇਜਰੀਵਾਲ ਦੀ, ਹੁਣ ਦੇਖੋ ਕੇਜਰੀਵਾਲ ਜਦੋਂ ਇੱਥੇ ਆਇਆ, ਨੋ ਡਾਊਟ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵੀ ਪੰਜਾਬ ਵਿੱਚ ਇਹ ਇੱਕ ਤਬਦੀਲੀ ਦੀ ਲੋਕਾਂ ਨੂੰ ਲੋੜ ਵੀ ਹੈ ਤੇ ਆਸ ਵੀ ਹੈ। ਮਗਰ ਕੀ ਹੋਇਆ, ਅਗੇਨ ਕੇਜਰੀਵਾਲ ਨਾਲ ਅਸੀਂ ਵੀ ਵਾਰਤਾਲਾਪ ਕੀਤਾ ਸੀ ਉਸ ਟਾਈਮ ਜਦੋਂ ਇੱਥੇ ਆਇਆ। ਮੈਂ ਇੱਕ ਟਾਈਮ ਮੈਂ ਉਹਦੇ ਜਿਹੜਾ ਹੈਗਾ ਉਹ ਸੰਜੇ ਸਿੰਘ ਨੂੰ ਵੀ ਜਾ ਕੇ ਮੈਂ ਦਿੱਲੀ ਮਿਲਿਆ ਸੀਗਾ ਥਰੂ ਅ ਕਾਮਨ ਫਰੈਂਡ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਡਾ ਪੰਜਾਬ ਪ੍ਰਤੀ ਤੁਹਾਡਾ ਰਵੱਈਆ ਕੀ ਹੈਗਾ, ਤੁਸੀਂ ਦੱਸੋ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ। ਉਹ जी हाँ जी हमने तेजी वो 5 लाख रुपए दे दिया ना इसको दिल्ली के ਜਿਹੜੇ ਕਤਲੇਆਮ ਦੇ। ਮੈਂ ਕਿਹਾ ਬਸ ਇਹੀ ਕੀਤਾ ਤੁਸੀਂ ਸਿੱਖਾਂ ਲਈ। ਮੈਂ ਕਿਹਾ ਨਾਟ ਇਨਫ, ਆਓ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਲਈ ਕੀ ਕਰਨਾ ਹੈ। ਪਹਿਲੀ ਗੱਲ। ਦੂਜੀ ਗੱਲ ਮੈਂ ਇਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਪੰਜਾਬ ਦੀ ਆਪਣੀ ਜਿਹੜੀ ਪਾਰਟੀ ਹੈ ਇਹ ਹੁਣ ਅਸੀਂ ਸਾਡਾ ਇਹ ਉਪਰਾਲਾ ਹੋਏਗਾ। ਤੇ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ, ਮੈਂ ਕਿਹਾ ਤਰਾਸਦੀ ਇਹ ਹੈ ਕਿ ਅਸੀਂ ਸਮਝਦੇ ਸੀਗੇ ਕਿ ਅਕਾਲੀ ਦਲ ਜਿਹੜਾ ਹੈਗਾ ਉਹ ਇੱਕ ਰੀਜਨਲ ਪਾਰਟੀ ਹੈ, ਪਰ ਅਕਾਲੀ ਦਲ ਨੇ ਸਾਨੂੰ ਬਿਲਕੁਲ ਧੋਖਾ ਦਿੱਤਾ। ਅਕਾਲੀ ਦਲ ਨੇ ਸਿਰਫ ਆਪਣੀਆਂ ਜੇਬਾਂ ਭਰੀਆਂ ਨੇ, ਆਪਣੇ ਫਾਇਦੇ ਲਈ ਕੰਮ ਕੀਤਾ। ਉਹਨੇ ਪੰਜਾਬ ਬਾਰੇ, ਆਟੋਨਮਸ ਪੰਜਾਬ ਬਾਰੇ ਕਦੀ ਨਹੀਂ ਸੋਚਿਆ। ਜਦੋਂ ਆਟੋਨੋਮੀ ਦੀ ਆਪਾਂ ਗੱਲ ਕਰਦੇ ਆ, ਉਹਨਾਂ ਨੇ ਇੱਕ ਟਾਈਮ ਚਲੋ ਅਨੰਦਪੁਰ ਸਾਹਿਬ ਦਾ ਮੁੱਦਾ ਵੀ ਚੱਕਿਆ ਸੀਗਾ, ਫਿਰ ਹੁਣ ਤੇ ਬਿਲਕੁਲ ਹੀ ਉਹ ਮਤਲਬ ਜਿਹਨੂੰ ਕਹਿੰਦੇ ਨੇ ਇੱਕ ਕਿਸਮ ਦਾ ਫੈਡਰਲਿਜ਼ਮ ਦਾ ਉਹਨਾਂ ਨੇ ਕੁੱਡੇ ਲਾਈਨ ਲਾਤਾ। ਦੇਖੋ ਹੁਣ ਆਪਾਂ ਫੈਡਰਲਿਜ਼ਮ ਦੀ ਗੱਲ ਕਰੀਏ, ਸਾਊਥ ਦੇ ਜਿਹੜੇ ਸਟੇਟ ਨੇ ਉਹ ਫੈਡਰਲਿਜ਼ਮ ਉਹ ਬਹੁਤਾ ਰੌਲਾ ਨਹੀਂ ਮਚਾ ਰਹੇ, ਉਹ ਆਪਣਾ ਕੰਮ ਕਰੀ ਜਾ ਰਹੇ ਨੇ। ਹੁਣ ਅੱਜ ਦੀ ਡੇਟ ਤੇ ਤੁਸੀਂ ਦੇਖ ਲਓ ਕਿ ਕੇਰਲਾ ਨੇ ਕੀ ਕੁਝ ਹਾਸਲ ਕੀਤਾ ਹੈ ਕੋਵਿਡ ਦੇ ਦਰਮਿਆਨ। ਮੈਂ ਇਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਭੇਜਿਆ ਉੱਥੇ, ਮੈਂ ਕਿਹਾ ਅੱਜ ਦੁਨੀਆ ਭਰ ਦੇ ਵਿੱਚ ਉਹ ਕੇਰਲਾ ਦੀ ਜਿਹੜੀ ਮਿਨਿਸਟਰ ਹੈਗੀ ਟੀਚਰ ਆਪਣੀ ਹੈਲਥ ਮਿਨਿਸਟਰ, ਉਹਨਾਂ ਦੇ ਬਾਰੇ ਚਰਚਾ ਹੋ ਰਹੀ ਹੈ ਕਿ ਵੀ ਉਹਨਾਂ ਨੇ ਕੀ ਉੱਥੇ ਇਖਤਿਆਰ ਕੀਤਾ। ਉਹਦੇ ਵਿੱਚ ਕੀ ਨਿਕਲਿਆ ਕਿ ਵੀ ਕੇਰਲਾ ਦੀ ਜਿਹੜੀ ਗਵਰਨੈਂਸ ਹੈ ਉਹਨਾਂ ਦਾ ਜਿਹੜਾ ਉਹ ਦੇਖੋ ਉਹ ਕਿੰਨੀ ਹੱਦ ਤੱਕ ਉਹ ਐਕਚੁਅਲੀ ਡਾਊਨ ਦ ਲੈਵਲ ਤੱਕ ਜਾਂਦੀ ਹੈ, ਪੰਚਾਇਤ ਲੈਵਲ ਤੱਕ ਨਹੀਂ, ਬੰਦਿਆਂ ਤੱਕ। ਸੋ ਉੱਥੇ ਕੀ ਬਣਿਆ, ਕਿਉਂਕਿ ਚਲੋ ਭਾਵੇਂ ਲੈਫਟ ਦੀ ਸਰਕਾਰ ਹੈ ਜੋ ਵੀ ਹੈ, ਉੱਥੇ ਕੀ ਹੈਗਾ ਕਿ ਵੀ ਬੰਦਿਆਂ ਦੀ ਜਿਹੜੀ ਭਾਈਵਾਲੀ ਹੈ ਗਵਰਨੈਂਸ ਦੇ ਵਿੱਚ ਆਮ ਆਦਮੀ ਦੀ ਉਹ ਉੱਥੇ ਨਜ਼ਰ ਆਉਂਦੀ ਹੈ। ਤੇ ਉਸੇ ਕਰਕੇ ਆਮ ਬੰਦਿਆਂ ਨੇ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਹੈਲਥ ਸਿਸਟਮ, ਸਾਡਾ ਐਜੂਕੇਸ਼ਨ ਸਿਸਟਮ, ਅੱਜ ਕੇਰਲਾ ਸਭ ਤੋਂ ਲਿਟਰੇਟ ਸਟੇਟ ਹੈ ਇੰਡੀਆ ਦੇ ਵਿੱਚ। ਕਿਉਂਕਿ ਬੰਦਿਆਂ ਨੇ ਚਾਹਿਆ ਤੇ ਸਰਕਾਰ ਨੇ ਉਹਦੇ ਤੇ ਅਮਲ ਕੀਤਾ। ਇੱਥੇ ਮੈਂ ਕਹਿ ਰਿਹਾ ਕਿ ਵੀ ਅਸੀਂ ਤੇ ਇਹੀ ਗੱਲ ਕਰ ਰਹੇ ਹਾਂ ਕਿ ਵੀ ਇੱਥੇ ਪੰਜਾਬ ਦੇ ਵਿੱਚ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹਲੀਮੀ ਰਾਜ ਦਾ, ਸਾਡਾ ਨਿਸ਼ਾਨਾ ਹੋਣਾ ਚਾਹੀਦਾ ਸਵਰਾਜ ਦਾ। ਅਸੀਂ ਵੀ ਉਸ ਟਾਈਮ ਕੇਜਰੀਵਾਲ ਦੇ ਨਾਲ ਤਾਂ ਗੱਲ ਕਰਨਾ ਚਾਹੁੰਦੇ ਸੀਗੇ ਕਿਉਂਕਿ ਉਹਨੇ ਸਵਰਾਜ ਦੀ ਗੱਲ ਕੀਤੀ ਸੀਗੀ, ਠੀਕ ਹੈ ਨਾ, ਪਰ ਉਸਨੇ ਉਹਦੇ ਤੇ ਅਮਲ ਨਹੀਂ ਕੀਤਾ। ਉਹ ਵੀ ਹਰ ਇੱਕ ਚੀਜ਼ ਦਿੱਲੀ ਦਾ ਕੰਟਰੋਲ ਦਾ ਉਹ ਸਮਝਦਾ ਸੀਗਾ ਕਿ ਵੀ ਮੈਂ ਦਿੱਲੀ ਬੈਠ ਕੇ ਮੈਂ ਕੰਟਰੋਲ ਕਰਾਂਗਾ, ਜਿਹੜੇ ਪੰਜਾਬ ਇੱਥੇ ਉਹਦੇ ਅਗਰ ਕੋਈ ਵਿਧਾਇਕ ਆ ਵੀ ਜਾਂਦੇ ਨੇ। ਇਹੀ ਗੱਲ ਮੈਂ ਕੋਈ ਫੋਰਨਰਸ ਆਏ ਸੀਗੇ ਜਦੋਂ ਉਸ ਟਾਈਮ ਇਲੈਕਸ਼ਨਾਂ ਹੋ ਰਹੀਆਂ ਸੀਗੀਆਂ, ਮੈਂ ਉਹਨਾਂ ਨਾਲ ਵੀ ਇਹ ਗੱਲ ਕੀਤੀ ਸੀਗੀ ਕਿ ਵੀ ਦੇਖੋ ਜਿਹੜੇ ਇਹਨਾਂ ਨੇ ਬੰਦੇ ਵੀ ਚੁਣੇ ਸੀਗੇ ਆਪਣੇ ਚੋਣ ਲੜਨ ਲਈ, ਬੜੇ ਸਿੰਪਲ ਬੰਦੇ, ਬੜੇ ਓਨੈਸਟ ਬੰਦੇ, ਨੋ ਡਾਊਟ, ਪਰ ਇਹੋ ਜਿਹੇ ਬੰਦੇ ਜਿਹੜੇ ਕਿ ਕੇਜਰੀਵਾਲ ਦੇ ਅੱਖ 'ਚ ਅੱਖ ਮਿਲਾ ਕੇ ਗੱਲ ਕਰ ਸਕਦੇ ਸੀ। ਮੈਂ ਕਿਹਾ ਇਹ ਕੰਮ ਨਹੀਂ ਸਾਨੂੰ ਚਾਹੀਦਾ। ਸਾਨੂੰ ਚਾਹੀਦਾ ਜਿਹੜਾ ਪੰਜਾਬ ਦਾ ਬੰਦਾ ਹੈਗਾ ਉਹ ਪੰਜਾਬ ਬਾਰੇ ਸੋਚੇਗਾ, ਠੀਕ ਹੈ ਨਾ। ਮਗਰ ਅਗਰ ਤੁਸੀਂ ਸਾਰਾ ਕੁਝ ਸੈਂਟਰਲੀ ਕਰਨਾ ਹੈ ਤੇ ਫਿਰ ਉਹਦੇ ਨਾਲ ਕੋਈ ਗੱਲ ਨਹੀਂ। ਪਿੱਛੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਮੇਰੇ ਫਾਦਰ ਦੇ ਤਾਇਆ ਜੀ ਵਾਸ ਦ ਫਰਸਟ ਸਿੱਖ ਅਮਰੀਕਨ ਐਂਡ ਏਸ਼ੀਅਨ ਅਮਰੀਕਨ ਜਿਹੜੇ US ਕਾਂਗਰਸ ਦੇ ਵਿੱਚ ਇਲੈਕਟ ਹੋਏ ਸੀਗੇ 1957 ਦੇ ਵਿੱਚ। ਉਹਨਾਂ ਦੇ ਇੱਕ ਗੱਲ ਜਿਹੜੀ ਮੈਨੂੰ ਸਭ ਤੋਂ ਵਧੀਆ ਉੱਥੇ ਭਾ ਗਈ, ਉਹਨਾਂ ਨੇ ਕਿਹਾ ਕਿ ਜੀ ਮੈਂ ਨਹੀਂ ਚਾਹੁੰਦਾ ਸੀਗਾ ਕਿ ਉਹ ਚੁਣੇ ਗਏ ਸੀਗੇ ਆਪਣੇ ਕੈਲੀਫੋਰਨੀਆ ਤੋਂ,
ਤੇ ਉਹਨਾਂ ਦੀ ਜਿਹੜੀ ਗੱਲ ਸਭ ਤੋਂ ਮੈਨੂੰ ਭਾ ਗਈ, ਉਹ ਕਹਿੰਦੇ ਸੀ ਕਿ ਮੈਂ ਵਾਸ਼ਿੰਗਟਨ ਵਾਲਿਆਂ ਦੀ ਮਦਦ ਨਾਲ ਨਹੀਂ ਮੈਂ ਇਹ ਚੋਣ ਜਿੱਤਣਾ ਚਾਹੁੰਦਾ ਸੀਗਾ। ਹਾਲਾਂਕਿ ਉਹਨਾਂ ਦੀ ਪਹਿਲੀ ਜਿਹੜੀ ਚੋਣ ਸੀਗੀ ਉਹ ਅਗੇਂਸਟ ਇੱਕ ਵਰਲਡ ਵਾਰ 2 ਦੀ ਇੱਕ ਮਹਿਲਾ ਜਿਹੜੀ ਸੀਗੀ ਪਾਇਲਟ ਜੈਕਲੀਨ ਕੋਕਰਾਨ, ਉਹਦੇ ਅਗੇਂਸਟ ਸੀਗੀ। ਉਹ ਰਿਪਬਲਿਕਨ ਸੀਗੀ, ਤਾਇਆ ਜੀ ਦਲੀਪ ਉਹ ਸੀਗੇ ਆਪਣੇ ਡੈਮੋਕ੍ਰੈਟ। ਤੇ ਉਹ ਕਹਿੰਦੇ ਸੀਗੇ ਕਿਉਂਕਿ ਮੈਂ ਅਗਰ ਵਾਸ਼ਿੰਗਟਨ ਵਾਲਿਆਂ ਦੇ ਮਦਦ ਨਾਲ ਮੈਂ ਜਿੱਤਦਾ ਹੈ ਚੋਣ, ਤੇ ਫਿਰ ਮੈਂ ਆਪਣੀ ਕਨਸਟੀਟੂਐਂਸੀ ਬਾਰੇ ਤੇ ਮੈਂ ਆਪਣੇ ਕਨਸਟੀਟੂਐਂਟਸ ਬਾਰੇ, ਮੈਂ ਆਪਣੇ ਬੰਦਿਆਂ ਬਾਰੇ ਮੈਂ ਉੱਥੇ ਕਿੱਦਾਂ ਮੈਂ ਜ਼ੋਰ ਨਾਲ ਗੱਲ ਕਰ ਸਕਾਂਗਾ। ਤਾਂ ਇਹ ਜਿਹੜੀ ਸੋਚ ਹੈਗੀ, ਇਹ ਆਪਣੇ ਜਿਹੜੇ ਇੱਥੇ ਹੈਗੇ ਜਿਹੜੇ ਇਸ ਪਾਸੇ ਤੁਰਦੇ ਨੇ, ਤੇ ਮੈਂ ਚਾਹੁੰਦਾ ਕਿ ਵੀ ਇਹ ਸ਼ੁਰੂਆਤ ਹੋਣੀ ਚਾਹੀਦੀ ਹੈ ਐਕਚੁਅਲੀ ਫਰੋਮ ਦ ਬਾਟਮ ਲੈਵਲ। ਜਿਹੜਾ ਆਮ ਇੱਥੇ ਨਾਗਰਿਕ ਹੈ, ਜਿਹੜਾ ਆਮ ਪੰਜਾਬੀ ਹੈ, ਉਹਨੂੰ ਆਪਣੀ ਤਾਕਤ ਵੱਲ ਧਿਆਨ ਦੇਣਾ ਪੈਣਾ ਹੈ ਤੇ ਦੇਣਾ ਚਾਹੀਦਾ ਹੈ ਕਿ ਭਾਈ ਮੇਰੀ ਵੀ ਇੱਕ ਵੋਟ ਹੈ ਤੇ ਮੇਰੀ ਵੀ ਇੱਕ ਆਵਾਜ਼ ਹੈ, ਤੇ ਮੈਂ ਇਹ ਚਾਹੁੰਦਾ ਕਿ ਵੀ ਮੇਰੇ ਹਲਕੇ 'ਚ ਇਹ ਹੋਵੇ। ਤੇ ਜਿਹੜਾ ਉਹਦਾ ਰਿਪਰੈਜ਼ੈਂਟੇਟਿਵ ਹੈ ਉਹਨੂੰ ਵੀ ਇਹ ਸੋਚਣਾ ਚਾਹੀਦਾ ਹੈ, ਉਹਨੂੰ ਵੀ ਆਪਣੇ ਹਲਕੇ ਦੀ ਆਟੋਨੋਮਸ ਵਾਲੀ ਗੱਲ ਸਰਦਾਰ ਸਾਹਿਬ ਤੇ ਜਿਹੜਾ ਪੰਜਾਬ ਹੈਗਾ, ਸਰਦਾਰ ਸਾਹਿਬ ਇਹ ਦਰਅਸਲ ਬਦਲਾਅ ਜਿਹੜਾ ਇਹ ਉੱਪਰੋਂ ਥੱਲੇ ਨੂੰ ਤੁਰਦਾ, ਥੱਲੇ ਉੱਤੇ ਨੂੰ ਨਹੀਂ ਤੁਰਦਾ। ਇਹ ਗੱਲ ਬਹੁਤ ਅਹਿਮ ਆ। ਇਹ ਸਾਡੇ ਮੈਂ ਕਈ ਦਹਾਕਿਆਂ ਤੋਂ ਦੇਖਦਾ ਆ ਰਿਹਾ, ਮੈਨੂੰ ਇੰਜ ਲੱਗਦਾ ਹੈ ਕਿ ਬਦਲਾਅ ਉੱਪਰੋਂ ਥੱਲੇ ਨੂੰ ਆਊਗਾ, ਥੱਲਿਓਂ ਉੱਪਰੋਂ ਨਹੀਂ ਜਾਊਗਾ। ਮੈਨੂੰ ਇੰਜ ਇਹ ਵੀ ਲੱਗਦਾ ਹੈ ਕਿ ਜੇਕਰ ਤੁਸੀਂ ਲੋਕ ਯੂਥ ਜਿਹੜਾ ਸਾਡਾ ਨੌਜਵਾਨ ਹੈ, ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਿਹਾ, ਜਿਹੜਾ ਲਾਇਬ੍ਰੇਰੀਆਂ 'ਚ ਜਾ ਰਿਹਾ, ਜਿਹੜਾ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਬੜੇ ਥਾਵਾਂ ਤੇ ਲੋਕਾਂ ਨੂੰ ਦੇਖਦਾ ਹਾਂ ਜਿਹੜੇ ਅੱਜ ਕੱਲ੍ਹ ਯੂਥ ਆਗੂ ਵਜੋਂ ਉੱਭਰ ਰਹੇ, ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਫੈਡਰੇਸ਼ਨਸ ਨੇ ਜੋ ਵੀ ਹੈ, ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਬੋਲਦੇ ਨੇ ਬੜੇ ਚੰਗੇ ਲੱਗਦੇ। ਇਕੱਲੇ ਦਿੱਲੀ ਨਹੀਂ ਬੋਲਦੇ, ਸਾਡੇ ਚੰਡੀਗੜ੍ਹ ਪਟਿਆਲੇ ਯੂਨੀਵਰਸਿਟੀਆਂ ਦੇ ਵਿੱਚ ਵੀ ਬੜੇ ਪਿਆਰੇ ਪਿਆਰੇ ਬੱਚੇ, ਮੈਂ ਨਾਂ ਨਹੀਂ ਲਵਾਂਗਾ। ਮੈਨੂੰ ਇੰਝ ਲੱਗਦਾ ਹੈ ਕਿ ਅਜੇ ਤੱਕ ਕਿਸੇ ਨੇ ਉਹਨਾਂ ਲੋਕਾਂ ਨੂੰ ਰਾਜਨੀਤੀ 'ਚ ਆਉਣ ਲਈ ਪ੍ਰੇਰਿਤ ਹੀ ਨਹੀਂ ਕੀਤਾ। ਉਹ ਜਿਹੜੀ ਯੂਨੀਵਰਸਿਟੀ ਕਾਲਜ ਲੈਵਲ ਦੀ ਰਾਜਨੀਤੀ ਤੋਂ ਹੌਲੀ ਹੌਲੀ ਰੁਚਿਤ ਹੋ ਜਾਂਦੇ, ਵਿਆਹ ਕਰਾ ਲੈਂਦੇ ਆ, ਫਿਰ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦੇ ਆ ਕਿ ਆਰਥਿਕ ਤੌਰ ਤੇ ਸੌਖੇ ਹੋ ਲਈਏ, ਫਿਰ ਕੁਝ ਕਰਾਂਗੇ। ਇੰਜ ਕਰਦਿਆਂ ਉਹ ਇੱਕ ਸਾਈਕਲ 'ਚ ਪੈ ਜਾਂਦੇ ਆ, ਇੱਕ 84 ਦਾ ਗੇੜ ਜਿਹੜਾ ਕਦੇ ਨਹੀਂ ਮੁੱਕਦਾ, ਕਿ ਉਹ ਅਕਸਰ ਆਪਣੀ ਰੋਟੀ ਤੋਂ ਕੁਝ ਹੋਰ ਸਹੂਲਤਾਂ, ਕਾਰ, ਕੋਠੀ, ਫਿਰ ਹੋਰ ਗਾਂ ਬੱਚੇ ਹੋ ਜਾਂਦੇ। ਮੈਨੂੰ ਇੰਜ ਲੱਗਦਾ ਹੈ ਕਿ ਉਹਨਾਂ ਨੂੰ ਉਸ ਉਮਰ 'ਚੋਂ ਫੜਨਾ ਬਣਦਾ ਹੈ। 22, 24, 25, 30 ਸਾਲ ਦੇ ਜਿਹੜੇ ਬੱਚੇ ਨੇ, ਜਿਨ੍ਹਾਂ ਦੇ ਕੋਲ ਸਮਝ ਹੈ, ਜਿਹੜੇ ਕਦੇ ਸੁਪਨਾ ਲੈਂਦੇ ਵਧੀਆ, ਉਹਨਾਂ ਲੋਕਾਂ ਨੂੰ ਇਸ ਖਿੱਤੇ ਦੀ ਵਾਗਡੋਰ ਦੇਣ ਦੇ ਵਿੱਚ ਇੱਕ ਵਾਰੀ ਰੁਚਿਤ ਹੋ ਲੈਣਾ ਚਾਹੀਦਾ ਬੁੱਧੀਜੀਵੀ ਵਰਗ ਨੂੰ। ਮੈਨੂੰ ਇੰਜ ਇਹ ਵੀ ਲੱਗਦਾ ਹੈ ਕਿ ਤੁਸੀਂ ਨੀਤੀ ਬਣਾ ਕੇ ਦਿਓ, ਉਹ ਜੋਸ਼ ਵਾਲੇ ਲੋਕ ਚੁਣ ਕੇ ਲਾ ਦਿਓ ਅੱਗੇ, ਵੇਖਾਂਗੇ ਕਿਹੜੇ ਪੋਲੀਟੀਸ਼ੀਅਨ ਉਹਨਾਂ ਦਾ ਰਾਹ ਰੋਕ ਲੈਂਦੇ ਆ। ਜਦੋਂ ਜਜ਼ਬੇ ਹੋਣ, ਖੂਨ ਖੌਲਦੇ ਹੋਣ, ਜਦੋਂ ਵਿਚਾਰਧਾਰਾ ਨਾਲ ਤੁਰਦੀ ਹੋਵੇ, ਜਿੱਤਾਂ ਆਸਾਨ ਹੋ ਜਾਂਦੀਆਂ। ਮੈਨੂੰ ਇੰਜ ਲੱਗਦਾ ਇੱਧਰ ਨੂੰ ਤੁਰਨਾ ਬਣਦਾ। ਤੁਸੀਂ ਲੋਕ ਜੇ ਥੋੜਾ ਹੌਸਲਾ ਕਰੋ, ਹਿੰਮਤ ਕਰੋ, ਆਰ ਕਰੋ ਤੇ ਓੜ ਪੋੜ ਕਰੋ, ਤੇ ਅਸੀਂ ਨਾਲ ਆ ਤੁਹਾਡੇ। ਨਹੀਂ, ਬਿਲਕੁਲ। ਅਸੀਂ ਦੇਖੋ, ਸਾਡਾ ਫਰਜ਼ ਹੈਗਾ ਕਿ ਅਸੀਂ ਇਕੱਠੇ ਬੈਠ ਕੇ ਜਿਹੜਾ ਬੁੱਧੀ ਵਰਗ ਹੈਗਾ ਉਹ ਇਕੱਠੇ ਬੈਠ ਕੇ ਤੇ ਇੱਕ ਵਿਜ਼ਨ, ਉਹ ਪਿਛਲੇ ਟਾਈਮ ਅਸੀਂ ਇਹੀ ਮੈਂ ਗੱਲ ਕੀਤੀ, ਤੁਸੀਂ ਗੱਲ ਕੀਤੀ ਸੁਖਪਾਲ ਖਹਿਰਾ ਦੀ ਤੇ ਦੂਜਿਆਂ ਦੀ। ਮੈਂ ਪਿੱਛੇ ਮੈਂ ਗੱਲ ਕਰ ਰਿਹਾ ਸੀਗਾ, ਜਿਹੜਾ ਤੀਜਾ ਧਿਰ ਸੋ ਕਾਲਡ ਬਣਿਆ ਸੀਗਾ ਆਪਣੇ ਜਿਹੜਾ ਲੋਕ ਸਭਾ ਦੇ ਜਿਹੜੇ ਚੋਣਾਂ ਪਿਛਲੇ ਸਾਲ ਤੋਂ ਹਟੀਆਂ ਨੇ। ਮੈਂ ਕਿਹਾ ਤੁਹਾਡਾ ਵਿਜ਼ਨ ਕੀ ਸੀਗਾ? ਤੁਸੀਂ ਤਾਂ ਕੁਝ ਤੁਸੀਂ ਕਹਿੰਦੇ ਹੋ ਕਿ ਵੀ ਸਾਨੂੰ ਇੰਨੀ ਵੋਟਾਂ ਪੈ ਗਈਆਂ। ਮੈਂ ਕਿਹਾ ਉਹ ਇਸ ਲਈ ਪੈ ਗਈਆਂ ਕਿਉਂਕਿ ਉਹ ਨੈਗੇਟਿਵ ਵੋਟਾਂ ਸੀਗੀਆਂ, ਉਹ ਉਹਨਾਂ ਬੰਦਿਆਂ ਨੇ ਪਾਈਆਂ ਨੇ ਜਿਨ੍ਹਾਂ ਨੇ ਨਾ ਅਕਾਲੀਆਂ ਨੂੰ ਪਾਣੀਆਂ ਸੀਗੀਆਂ ਤੇ ਨਾ ਕਾਂਗਰਸ ਨੂੰ। ਬਟ ਤੁਹਾਡਾ ਕੋਈ ਪ੍ਰੋਗਰਾਮ ਹੀ ਨਹੀਂ ਸੀਗਾ, ਤੁਹਾਡੀ ਕੋਈ ਵਿਜ਼ਨ ਹੀ ਨਹੀਂ ਤੁਸੀਂ ਦੇ ਸਕੇ। ਸੋ ਯੈਸ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ ਗੱਲ ਦੇ ਉੱਤੇ ਅਸੀਂ ਰੱਬ ਮਿਹਰ ਕਰੇ ਅਸੀਂ ਇਹਦੇ ਤੇ ਕੰਮ ਵੀ ਕਰ ਰਹੇ ਹਾਂ, ਤੇ ਕੰਮ ਅਸੀਂ ਬਹੁਤ ਛੇਤੀ ਤੁਹਾਨੂੰ ਇਹ ਦੱਸਾਂਗੇ ਵੀ। I have been telling everybody here ਕਿ ਬਈ ਆਪਾਂ ਇੱਕ ਸ਼ੈਡੋ ਕੈਬਨਿਟ, ਸ਼ੈਡੋ ਗਵਰਨਮੈਂਟ ਦੇ ਬਤੌਰ ਅਸੀਂ ਇੱਕ ਬੁੱਧੀ ਵਰਗ ਜਿਹੜਾ ਹੈਗਾ ਇਕੱਠੇ ਹੋ ਕੇ ਤੇ ਤੁਸੀਂ ਆਪਣੀ ਗੱਲਾਂ ਕਰਨੀਆਂ ਆਵਾਮ ਦੇ ਮੂਹਰੇ ਰੱਖਣੀਆਂ ਸ਼ੁਰੂ ਕਰ ਦਿਓ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਅਸੀਂ ਥੋੜਾ ਬਹੁਤ ਅਸੀਂ ਕਰਦੇ ਵੀ ਹੈਗੇ ਹੈ, ਲਾਈਕ ਆਈ ਟੋਲਡ ਯੂ, ਜਿਹੜਾ ਸਾਡਾ ਵਿਚਾਰ ਮੰਚ ਬਣਿਆ ਹੋਇਆ ਇੱਥੇ, ਬਾਕੀ ਵੀ ਬੰਦੇ ਕਰਦੇ ਹੋਣਗੇ। ਬਟ ਸਾਨੂੰ ਹੁਣ ਇਸ ਚੀਜ਼ ਨੂੰ ਨਾ ਇਕੱਠੇ ਹੋ ਕੇ ਐਂਡ ਕਿਉਂਕਿ ਜਿਹੜੇ ਆਪਣੇ ਪੜ੍ਹਿਆ ਲਿਖਾ ਵਰਗ ਹੈਗਾ, ਜੇ ਅਸੀਂ ਇਕੱਠੇ ਹੋ ਕੇ ਸਟੇਟਮੈਂਟਸ ਦੇਵਾਂਗੇ, ਅਸੀਂ ਦਿੰਦੇ ਰਹਿੰਦੇ ਹਾਂ ਬਟ ਉਹ ਅਨਫੋਰਚੂਨੇਟਲੀ ਜਿਹੜਾ ਪ੍ਰਿੰਟ ਮੀਡੀਆ ਉਹ ਕਰਦਾ ਨਹੀਂ ਹੈਗਾ। ਤਾਂ ਹੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਨੂੰ ਸੋਸ਼ਲ ਮੀਡੀਆ ਰਾਹੀਂ ਜਦ ਤਾਈਂ ਸਾਡੀ ਜਿਹੜੀ ਗੱਲਾਂ ਬਾਤਾਂ ਨੇ, ਹੁਣ ਆਪਾਂ ਲੈ ਲਈ ਆਰਥਿਕ ਕਰਨੀ, ਤੁਸੀਂ ਗੱਲ ਲੈ ਲਓ, ਤੁਸੀਂ ਪੁਲਿਸ ਰਿਫਾਰਮ ਦੀ ਗੱਲ ਲੈ ਲਓ। ਸਾਡੇ ਨਾਲ ਹੁਣੇ ਹਾਦਸਾ ਹੋ ਕੇ ਹਟਿਆ, ਸਾਡਾ ਇੱਕ ਕੁਲੀਗ ਸੀਗਾ ਆਪਣਾ ਯੂਨਾਈਟਿਡ ਸਿੱਖਸ ਦਾ, ਜਿਹੜੀ ਸੰਸਥਾ ਦੇ ਵਿੱਚ ਮੈਂ ਡਾਇਰੈਕਟਰ ਹੈਗਾ, ਉਹਦੇ ਨਾਲ ਇੱਕ ਝੜਪ ਹੋ ਗਈ ਮੁਹਾਲੀ ਦੇ ਵਿੱਚ। ਚਲੋ
ਉਹਨੂੰ ਡਾਂਗਾ ਪੈ ਗਈਆਂ। ਸੋ ਵੀ ਸੈਡ ਯਾਰ ਪੁਲਿਸ ਰਿਫਾਰਮ ਸ਼ੁੱਡ ਬੀ देयर। ਸਾਨੂੰ ਬੜੀ ਖੁਸ਼ੀ ਦੀ ਗੱਲ ਹੈਗੀ, ਸਾਨੂੰ ਪਤਾ ਲੱਗਿਆ ਕਿ ਵੀ ਇਹਨਾਂ ਨੇ ਇੱਕ ਪੁਲਿਸ ਕਮਿਊਨਿਟੀ ਪੁਲਿਸਿੰਗ ਦਾ ਡਿਪਾਰਟਮੈਂਟ ਲਗਾਇਆ ਹੈ। ਅਸੀਂ ਕਿ ਅਸੀਂ ਤੁਹਾਡੇ ਨਾਲ ਉਹ 'ਚ ਲੱਗਣ ਨੂੰ ਤਿਆਰ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇੱਥੇ ਹਲੀਮੀ ਰਾਜ ਹੋਵੇ। ਇੱਥੇ ਕੋਈ ਵੀ ਪੁਲਿਸ ਆਪਣਾ ਬਤੌਰ ਪੁਲਿਸ ਦਾ ਕੰਮ ਕਰੇ। ਕਿਸੇ ਨੂੰ ਪ੍ਰੋਬਲਮ ਹੈ, ਠੀਕ ਹੈ, ਤੁਸੀਂ ਕਿਸੇ ਨੂੰ ਹੱਥ ਨਹੀਂ ਲਾਣਾ, ਤੁਸੀਂ ਕਿਸੇ ਨੂੰ ਡਾਂਗਾ ਨਹੀਂ ਫੇਰਨੀਆਂ, ਤੁਸੀਂ ਆਪਣਾ ਬਤੌਰ ਪੁਲਿਸ ਤੁਸੀਂ ਕੰਮ ਕਰੋ, ਤੁਸੀਂ ਪਰਚਾ ਦਰਜ ਕਰੋ, ਉਹਨੂੰ ਅੰਦਰ ਦੇ ਦਿਓ, ਫਿਰ ਐਂਡ ਆਫ ਮੈਟਰ। ਜਿੱਦਾਂ ਪੁਲਿਸ ਬਾਹਰਲੇ ਮੁਲਕਾਂ 'ਚ ਕੰਮ ਕਰਦੀ ਹੈ, ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਪ੍ਰੋਵੋਕੇਟ ਕਰੋ, ਉਹ ਤੁਹਾਨੂੰ ਕਦੀ ਹੱਥ ਨਹੀਂ ਲਾਉਣਗੇ, ਠੀਕ ਹੈ ਨਾ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਸਾਨੂੰ ਇੱਥੇ ਲਿਆਉਣੀਆਂ ਚਾਹੀਦੀਆਂ ਨੇ। ਹਲੀਮੀ ਰਾਜ ਵੱਲ ਤੁਰਨਾ ਚਾਹੀਦਾ ਹੈ। ਅਸੀਂ ਜਿਹੜੀਆਂ ਹੋਰ ਕੁਰੀਤੀਆਂ ਨੇ, ਤੁਸੀਂ ਹੁਣ ਆਰਥਿਕ ਕਰਨਿਓ ਦੇਖ ਲਓ। ਅੱਜ ਜਿਹੜਾ ਇਸ ਸਾਲ ਦਾ ਬਜਟ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ, ਉਹਦੇ ਵਿੱਚ ਸਾਡਾ ਜਿਹੜਾ ਡੈਟ ਹੈਗਾ ਫੋਰ ਐਗਜ਼ਾਮਪਲ ਸਟੇਟ ਦਾ, ਉਹਨਾਂ ਨੇ ਆਲਰੇਡੀ ਕਹਿਤਾ ਕਿ ਵੀ 20,000 ਕਰੋੜ ਰੁਪਇਆ ਤੁਹਾਡਾ ਜਿਹੜਾ ਡੈਟ ਹੈ ਵਧੇਗਾ। ਉਹ 2.28 ਲੱਖ ਕਰੋੜ ਦਾ ਤੋਂ ਲੈ ਕੇ 2.48 ਲੱਖ ਕਰੋੜ ਤੱਕ ਪਹੁੰਚੇਗਾ। ਇਹ ਕੀ ਮਤਲਬ ਹੈਗਾ ਕਿ ਤੁਸੀਂ ਆਪਣਾ ਡੈਟ ਵਧਾਈ ਜਾ ਰਹੇ ਹੋ, ਉਸ ਪਾਸੇ ਤੁਹਾਡਾ ਕੋਈ ਖਿਆਲ ਹੀ ਨਹੀਂ ਹੈਗਾ ਉਹਨੂੰ ਤੁਸੀਂ ਕਿੱਦਾਂ ਘਟਾਉਣਾ ਹੈ, ਨਹੀਂ ਘਟਾਉਣਾ ਹੈ। ਜੇ ਨਹੀਂ ਘਟ ਸਕਦਾ ਤੇ ਫਿਰ ਅੱਗੇ ਇਸ ਪੰਜਾਬ ਨੂੰ ਕਿੱਦਾਂ ਸੋਚਣਾ ਹੈ। ਉਹੀ ਮੈਂ ਤੁਹਾਨੂੰ ਗੱਲ ਕੀਤੀ ਸੀਗੀ ਕਿ ਵੀ ਜਿਹੜੇ ਇੱਥੇ ਲੀਡਰ ਨੇ ਜਾਂ ਸਾਡੇ ਵਰਗੇ ਵੀ ਹੈਗੇ, ਅਸੀਂ ਵੀ ਇਹਨਾਂ ਨੂੰ ਟਾਈਮ ਤੇ ਅਸੀਂ ਇਹਨਾਂ ਨੂੰ ਸਲਾਹਾਂ ਵੀ ਦਿੰਦੇ ਰਹਿੰਦੇ ਹਾਂ, ਠੀਕ ਹੈ। ਕਦੀ ਸਾਡੀ ਸਲਾਹ ਸੁਣਦੇ ਨੇ, 99% ਨਹੀਂ ਸੁਣਦੇ, ਆਈ ਵੁੱਡ ਸੇ ਦੈਟ। ਤੇ ਅਗਰ ਇਹ ਸਾਡਾ ਇਹ ਫਰਜ਼ ਬਣੇਗਾ ਕਿ ਅਸੀਂ ਆਪਣੀ ਗੱਲ ਕਰੀ ਚੱਲਾਂਗੇ, ਆਵਾਮ ਦੇ ਸਾਹਮਣੇ ਅਸੀਂ ਰੱਖੀ ਚੱਲਾਂਗੇ ਕਿ ਵੀ ਪੰਜਾਬ ਦੀ ਇਹ ਸਥਿਤੀ ਹੈ ਭਾਈ, ਅਗਰ ਆਪਾਂ ਇਹ ਨਾ ਕੀਤਾ ਤੇ ਇਹ ਹੋ ਜਾਣਾ, ਅਗਰ ਇਹ ਨਾ ਕੀਤਾ ਤੇ ਇਹ ਹੋ ਜਾਣਾ। ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਅਸੀਂ ਤੇ ਡੋਲ ਤੇ ਰਹਿ ਗਏ ਹਾਂ। ਹੁਣ ਜੇ MSP ਨਾ ਹੁੰਦੀ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਜਿਹੜਾ ਕਿਸਾਨ ਸੀਗਾ ਉਹ ਤਾਂ ਰੁਕ ਗਿਆ ਸੀਗਾ। ਹੁਣ ਬਾਕੀ ਸਟੇਟਾਂ ਦੇ ਵਿੱਚ ਨਹੀਂ ਹੈਗੀ। ਇਹਨਾਂ ਨੇ ਫਿਰ ਵੀ ਕਹਿਤਾ ਸੀਗਾ ਕਿ ਵੀ ਹੁਣ ਅਸੀਂ ਤੁਹਾਡੇ ਤੋਂ ਇੰਨਾ ਅਨਾਜ ਨਹੀਂ ਚੱਕਾਂਗੇ, ਤੇ ਚਲੋ ਕੋਵਿਡ ਕਾਰਨ ਇੱਥੋਂ ਅਨਾਜ ਚਲਾ ਗਿਆ ਤੇ ਹੁਣ ਇਹਨਾਂ ਨੇ ਚੱਕ ਲਿਆ, ਇਹਨਾਂ ਨੇ ਆਪਣਾ ਕਣਕ ਚੱਕ ਲਈ ਤੇ ਗੱਲ ਮੁੱਕ ਗਈ। ਨਹੀਂ ਤੇ ਇਹਨਾਂ ਨੇ ਕਿਹਾ ਸੀ ਅਸੀਂ 30% ਹੀ ਅਸੀਂ ਲੈਣਾ, FCI ਨੇ ਕਹਿਤਾ ਸੀਗਾ। ਤੇ ਫਿਰ ਕੀ ਕਰਨਾ ਸੀਗਾ ਸਰਕਾਰ ਨੇ? ਅੱਛਾ, ਉੱਥੇ ਮੈਂ ਦੇਖ ਰਿਹਾ ਸੀਗਾ ਬਘੇਲ ਨੂੰ, ਆਪਣਾ ਜਿਹੜਾ ਹੈਗਾ ਬਘੇਲ ਆਪਣਾ ਹੈਗਾ ਛੱਤੀਸਗੜ੍ਹ ਵਾਲਾ, ਉਹ ਕਹਿੰਦਾ ਜੀ ਮੈਂ ਆਲਮੋਸਟ 0.83 ਮਿਲੀਅਨ ਟਨ ਮੈਂ ਆਪ ਸਰਕਾਰ ਨੇ, ਉੱਥੇ ਦੀ ਸਰਕਾਰ ਨੇ ਝੋਨਾ ਚੱਕਿਆ, ਉੱਥੇ ਧਾਨ ਜਿਹਨੂੰ ਧਾਨ ਕਹਿੰਦੇ ਨੇ ਇਹ ਲੋਕ। ਤੇ ਮੈਂ ਕਿਹਾ ਅਗਰ ਉਹ ਸਰਕਾਰਾਂ ਚੱਕ ਸਕਦੀਆਂ ਨੇ ਤੇ ਸਾਡੀ ਸਰਕਾਰ ਨੂੰ ਕੀ ਹੋ ਗਿਆ ਚੱਕਣ ਤੋਂ? ਲੈਟ ਅਸ ਸੇ ਅਗਰ ਇਹੋ ਜਿਹੀ ਨੌਬਤ ਵੀ ਆ ਜਾਏ, ਬਟ ਸਾਡੇ ਕੋਲ ਪੈਸਾ ਹੀ ਨਹੀਂ ਹੈਗਾ। ਨਹੀਂ ਪਿਛਲੇ ਸਾਲ ਸਰਦਾਰ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਬੜਾ ਆਸਾਨ ਤਰੀਕੇ ਨੇ, ਕੋਈ ਵੱਡੀ ਗੱਲ ਨਹੀਂ। ਪਤਾ ਨਹੀਂ ਇਹ ਦੇਸੀ ਜੇ ਪਿੰਡੂ ਜੇ ਫਾਰਮੂਲੇ ਆ। ਜੇ ਤੁਸੀਂ ਐਕਸਾਈਜ਼ ਨੀਤੀ ਦੀ ਗੱਲ ਕਰਦੇ ਹੋ ਤੇ ਜਿਹੜੀਆਂ ਡਿਸਟਿਲਰੀਜ਼ ਬਣਾ ਰਹੀਆਂ ਨੇ ਵੱਖ-ਵੱਖ ਬ੍ਰਾਂਡ, ਉਹਨਾਂ ਕੋਲੋਂ ਗਵਰਨਮੈਂਟ ਪਰਚੇਜ ਕਰੇ, ਉਹਨਾਂ ਨੂੰ ਸੈਂਟਰ ਜਿਹੜਾ ਕੈਮਰਿਆਂ ਦੀ ਨਿਗਰਾਨੀ 'ਚ ਰੱਖਿਆ ਜਾਵੇ, ਇੱਕ ਸੈਂਟਰਲ ਯੂਨਿਟ ਹੋਵੇ, ਹਰੇਕ ਦਾ ਪਤਾ ਹੋਵੇ ਨਕਲੋ ਹਰਕਤ ਅੰਦਰ ਕੀ ਹੋ ਰਹੀ ਹੈ, ਕੋਈ ਬਾਹਰ ਜਾਵੇ ਹੀ ਨਾ। ਉਸ ਤੋਂ ਇਲਾਵਾ ਜਿਹੜੀ ਕੋਈ ਕਿਸੇ ਵੀ ਜਗ੍ਹਾ ਇੱਕ ਪੇਟੀ ਸ਼ਰਾਬ ਦੀ ਇੱਕ ਬੋਟਲ ਸਰਕਾਰ ਖਰੀਦੇ, ਸਰਕਾਰ ਲਵੇ, ਔਰ ਜਿੰਨਾ ਵਿੱਚ ਮਾਰਜਨ ਹੈ ਕਿਸੇ ਨੂੰ ਕਿਉਂ ਦਿੰਦੀ ਹੈ? ਸਰਕਾਰ ਦੇ ਕਿੰਨੇ EMPLOYEE ਵਿਹਲੇ ਬੈਠੇ ਆ, ਕਿੰਨੀਆਂ ਕਾਰਪੋਰੇਸ਼ਨਾਂ ਵਿਹਲੀਆਂ ਬੈਠੀਆਂ, ਉਹਨਾਂ ਦੇ ਵਿੱਚੋਂ ਮੁਲਾਜ਼ਮ ਕੱਢ ਕੇ ਲਾਓ ਇਸ ਪਾਸੇ। ਵੱਡੇ ਮਾਲ ਦੇ ਵਿੱਚ ਰੱਖ ਲਓ, ਸ਼ਹਿਰ ਦੇ ਵਿੱਚ 2 ਜਗ੍ਹਾ ਤੇ ਸਿਰਫ ਇੱਕ ਵੇਚੋ। ਔਰ ਮੈਨੂੰ ਲੱਗਦਾ ਹੈ ਕਿ ਜੇਕਰ ਰੇਤਾ ਵਾਲਾ, ਬਜਰੀ ਵਾਲਾ ਮਸਲਾ ਔਰ ਜਿਹੜੇ ਬਾਕੀ ਸਾਰੇ ਇਸ ਤਰ੍ਹਾਂ ਦੇ ਆ, ਉਹ ਸਾਰੇ ਕਾਰੋਬਾਰ ਗਵਰਨਮੈਂਟ ਆਪਣੇ ਹੱਥ 'ਚ ਲਵੇ, ਜਿਹਦੇ 'ਚ ਪ੍ਰਾਈਵੇਟ ਪਲੇਅਰ ਇੰਨਾ ਪੈਸਾ ਕਮਾ ਰਿਹਾ ਔਰ ਗਵਰਨਮੈਂਟ ਵਾਲੀ ਸਾਈਡ ਤੇ ਕੁਝ ਨਹੀਂ ਜਾ ਰਿਹਾ। ਆਖਰ ਕਿਉਂਕਿ ਪੋਲੀਟੀਸ਼ੀਅਨ ਸਿੱਧੇ ਤੌਰ ਤੇ ਇਨਵੋਲਵ ਨੇ, ਤੇ ਜਿੰਨਾ ਚਿਰ ਕੋਈ ਟਰਾਂਸਪੇਰੈਂਟ, ਜਿੰਨਾ ਚਿਰ ਕੋਈ ਬਹੁਤ ਸੁਹਿਰਦ ਲੋਕ ਅੱਗੇ ਨਹੀਂ ਆਉਣਗੇ, ਆਖਰ ਪੰਜਾਬ ਨੇ ਕਿਹਦਾ ਨੁਕਸਾਨ ਕੀਤਾ ਹੈ? ਅਸੀਂ ਇਹਨਾਂ ਦੇ ਘਰ ਭਰਦੇ ਹਾਂ, ਸਟੇਟ ਮਰਦੀ ਪਈ ਆ, ਲੋਕ ਅਮੀਰ ਹੁੰਦੇ ਰਹਿੰਦੇ ਆ, ਔਰ ਅਖੀਰ ਦੇ ਵਿੱਚ ਆਮ ਜਨ ਸਧਾਰਨ ਇੱਥੋਂ ਦੌੜ ਜਾਣ ਦੀ ਸੋਚਦਾ ਹੈ। ਇਹ ਵਰਤਾਰੇ ਕਿੰਨੀ ਦੇਰ ਚੱਲਣਗੇ? ਮੈਨੂੰ ਲੱਗਦਾ ਹੈ ਆਪਾਂ ਕਾਫੀ ਗੱਲਾਂ ਕਰ ਆਏ। ਕੋਈ ਆਖਰ 'ਚ ਕੋਈ ਗੱਲ ਕਹਿਣੀ ਚਾਹੋ ਤੇ ਤੁਹਾਨੂੰ ਸਵਾਗਤ ਹੈ ਜੀ। ਮੈਂ ਤਾਂ ਇੰਨੀ ਗੱਲ ਕਹਾਂਗਾ ਜੀ ਕਿ ਸਾਡਾ ਉਪਰਾਲਾ, ਤੁਸੀਂ ਵੀ ਬੜਾ ਵਧੀਆ ਉਪਰਾਲਾ ਕਰ ਰਹੇ ਹੋ ਹਰਜਿੰਦਰ ਜੀ। ਤੁਹਾਨੂੰ ਰੱਬ ਬੜੀ ਲੰਬੀ ਉਮਰ ਦੇਵੇ, ਤੁਸੀਂ ਇਹਦੇ ਤੇ ਡਟੇ ਰਹੋ ਤੇ ਕਾਮਯਾਬ ਰਹੋ। ਸਾਡੇ ਪਾਸਿਓਂ ਅਸੀਂ ਤੁਹਾਨੂੰ ਇੱਕ ਆਸ਼ਵਾਸਨ ਦਿਵਾਉਂਦੇ ਹਾਂ ਕਿ ਅਸੀਂ ਜਿੰਨੇ ਵੀ ਸਾਡੀ ਸਮਰੱਥਾ ਹੈਗੀ, ਜਿੰਨੇ ਵੀ ਸਾਡੇ ਨਾਲ ਬੰਦਿਆਂ ਦਾ ਸੰਪਰਕ ਹੈਗਾ, ਅਸੀਂ ਇਕੱਠੇ ਹੋ ਕੇ ਤੇ ਅਸੀਂ ਇੱਕ ਬੋਡੀ ਦੇ ਬਤੌਰ ਅਸੀਂ ਪੰਜਾਬ ਦੀ ਆਵਾਮ ਦੇ ਮੂਹਰੇ ਅਸੀਂ ਜਿਹੜੀਆਂ ਵੀ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਕੀ ਹੈਗੇ, ਪਹਿਲੀ ਗੱਲ ਤੇ ਅਸੀਂ ਉਹਨਾਂ ਦੀ ਵਿਜ਼ਨ ਜਿਹੜੀ ਗੱਲ ਹੈਗੀ ਅਸੀਂ ਉਹ ਲੈ ਕੇ ਆਵਾਂਗੇ ਕਿ ਵੀ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਬਾਹਰ ਕਿੱਦਾਂ ਨਿਕਲਣਾ ਹੈ। ਤੇ ਜੇ ਅਗਰ ਇੱਥੇ ਬਾਕੀ ਅਸੀਂ ਸੋਚਦੇ ਹਾਂ ਕਿ ਜਿਹੜੀਆਂ ਪ੍ਰੈਜ਼ੈਂਟ ਜਿਹੜੀਆਂ ਮੇਨ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ,
तो मे बी टाइम हैज कम कि भी कोई चंगे सुहिरद बंदे ਜਿਹੜੇ ਨੇ ਜਿਹੜਾ ਕਿ ਸਿਰਫ ਪੰਜਾਬ ਦਾ ਦਰਦ ਆਪਣੇ ਵਿੱਚ ਰੱਖਦੇ ਨੇ। ਆਪਾਂ ਬਾਅਦ ਚਲੋ ਫਿਰ ਕਦੀ ਮੈਂ ਗੱਲ ਕਰਾਂਗਾ ਕਿ ਵੀ ਪੰਜਾਬ ਦਾ ਦਰਦ ਜਿਹੜੇ ਪੰਜਾਬ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ, ਭਾਵੇਂ ਉਹ MP ਸੀਗੇ, ਜਦੋਂ ਮੈਂ ਉਹ ਦਸਤਾਰ ਦਾ ਮਸਲਾ ਕੀਤਾ ਯੂਨਾਈਟਿਡ ਸਿੱਖ ਵਾਲੇ ਪਾਸਿਓਂ, ਉਹ ਵੀ ਗੱਲ ਮੈਂ ਤੁਹਾਡੇ ਨਾਲ ਕਦੀ ਕਰਾਂਗਾ ਕਿ ਵੀ ਕਿੱਦਾਂ ਇਹਨਾਂ ਨੇ ਮਤਲਬ ਪੰਜਾਬ ਦੀ ਤੇ ਕੋਈ ਗੱਲ ਕਰਦਾ ਹੀ ਨਹੀਂ। ਇਹਨਾਂ ਨੇ ਸਾਰਿਆਂ ਨੇ ਆਪਣੀਆਂ ਕੁਰਸੀਆਂ ਆਪਣੇ ਘਰ ਭਰਨੇ ਹੁੰਦੇ ਨੇ। ਸੋ ਮੈਂ ਸਮਝਦਾ ਹਾਂ ਕਿ ਵੀ ਪੰਜਾਬੀਆਂ ਨੂੰ ਹੁਣ ਐਟਲੀਸਟ ਇੰਨੀ ਗੱਲ ਤੇ ਸਮਝ ਆ ਜਾਣੀ ਚਾਹੀਦੀ ਹੈ ਕਿ ਭਈ ਇਹਨਾਂ ਬੰਦਿਆਂ ਨੇ ਸਾਡਾ ਕੁਝ ਨਹੀਂ ਕਰਨਾ। ਤੇ ਇਹ ਮਤ ਸੋਚੋ ਕਿ ਵੀ ਸਾਨੂੰ ਅਸੀਂ ਇਹਨੂੰ ਵੋਟ ਦੇ ਦਈਏ ਕਿਉਂਕਿ ਅਸੀਂ ਜੀ ਸਾਨੂੰ ਇਹ ਥਾਣੇ ਤੇ ਸਾਡੇ ਤੇ ਗਲਤ ਪਰਚਾ ਨਾ ਦਰਜ ਹੋ ਜਾਏ, ਇਹ ਨਾ ਹੋ ਜਾਏ। ਉਹਦੇ ਵਿੱਚ ਵੀ ਅਸੀਂ ਹੁਣ ਸਾਡੀ ਵਰਗੀ ਸੰਸਥਾਵਾਂ ਜਿਹੜੀਆਂ ਨੇ ਯੂਨਾਈਟਿਡ ਸਿੱਖਸ ਵਰਗੀਆਂ ਐਂਡ ਅਦਰਸ ਜਿਹੜੇ ਕਿ ਹਿਊਮਨ ਰਾਈਟ ਐਡਵੋਕੇਸੀ ਗਰੁੱਪਸ ਨੇ, ਅਸੀਂ ਇਹ ਵੀ ਸੋਚ ਰਹੇ ਸੀਗੇ ਕਿ ਵੀ ਅਸੀਂ ਜਿੱਥੇ ਵੀ ਕਿਸੇ ਨਾਲ ਅਨੇਰਗਰਦੀ ਹੁੰਦੀ ਹੈ ਉੱਥੇ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ। ਮੈਂ ਤਾਂ ਕਹਿੰਦਾ ਪਿੰਡ ਤੋਂ ਕੋਈ ਬੰਦਾ ਕੋਈ ਨਜਾਇਜ਼ ਫੜਿਆ ਜਾਵੇ ਤੇ ਪਿੰਡ ਪੂਰਾ ਜਾ ਕੇ ਕਿਉਂ ਨਹੀਂ ਖੜ ਜਾਂਦਾ ਉੱਥੇ। ਬਟ ਸਾਡੀ ਵੀ ਇਹ ਗਲਤੀ ਹੈ ਕਿ ਵੀ ਸਾਡੇ ਵਿੱਚ ਉਹ ਏਕਤਾ ਜਿਹੜੀ ਹੈਗੀ ਬੰਦਿਆਂ ਦੇ ਵਿੱਚ ਉਹ ਨਹੀਂ ਆਈ। ਸਾਡੇ ਗੁਰਦੁਆਰੇ ਵੰਡੇ ਗਏ, ਸਾਡੇ ਸ਼ਮਸ਼ਾਨ ਘਾਟ ਵੰਡੇ ਗਏ। ਹੁਣ ਇਹ ਜਿਹੜੀ ਗੱਲਾਂ ਨੇ ਨਾ, ਇਹ ਤੇ ਧਾਰਮਿਕ ਵੀ ਗੱਲਾਂ ਨੇ which eventually of course reflects on ਪੰਜਾਬ। ਮਗਰ ਮੈਂ ਤੁਹਾਨੂੰ ਇਹ ਆਸ਼ਵਾਸਨ ਦਵਾਉਂਦਾ ਕਿ ਅਸੀਂ ਆਪਣੇ ਜਿਹੜੇ ਪ੍ਰੋਜੈਕਟ ਤੇ ਮੁਹਿੰਮ ਤੇ ਚੱਲੇ ਹੋਏ ਆ, ਅਸੀਂ ਉਹਦੇ ਤੇ ਪੂਰਾ ਆਪਣੇ ਤਨ ਮਨ ਧਨ ਨਾਲ ਵੀ ਜ਼ੋਰ ਲਾਣਾ ਹੈ। ਅਸੀਂ ਇਹ ਪ੍ਰਣ ਕਰਦੇ ਹਾਂ ਕਿ ਪੰਜਾਬ ਦੀ ਆਵਾਜ਼ ਇੱਕ ਪ੍ਰਣ ਅਸੀਂ ਵੀ ਤੁਹਾਡੇ ਤੋਂ ਲੈਣਾ ਚਾਹੁੰਦੇ ਆ। ਮੈਂ ਚਾਹੁੰਦਾ ਹੈ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਐਫਰਟਸ ਹੋਣ, ਜੇਕਰ ਕੋਈ ਵਿਸ਼ਾਲ ਕੈਨਵਸ ਤੇ ਕੋਈ ਤਸਵੀਰ ਉੱਭਰਦੀ ਹੋਵੇ, ਜੇਕਰ ਕੋਈ ਬਹੁਤ ਸਿਆਣੇ ਸਿਰ ਜੋੜਦੇ ਹੋਣ ਤੇ ਤੁਸੀਂ ਆਪਣੀਆਂ ਸੰਸਥਾਵਾਂ ਆਪਣੇ ਤਰੀਕੇ ਨਾਲ ਚਲਾਉਂਦੇ ਰਹੋ, ਲੇਕਿਨ ਉਸ ਇੱਕ ਵੱਡੀ ਸੰਸਥਾ ਦਾ ਹਿੱਸਾ ਵੀ ਬਣੋ ਜਿਹੜੀ ਸੰਸਥਾ ਪੂਰੇ ਪੰਜਾਬੀਆਂ ਦੀ ਤਰਜਮਾਨ ਹੋਵੇ। ਜੇਕਰ ਕੋਈ ਸਫੀਰ ਲੋਕ, ਵਕੀਲ ਲੋਕ, ਪੁਰਾਣੇ ਪੋਲੀਟੀਸ਼ੀਅਨ ਲੋਕ ਔਰ ਵੱਖ-ਵੱਖ ਖੇਤਰਾਂ, ਵੱਖ-ਵੱਖ ਸ਼ੋਬਿਆਂ ਦੇ ਸਿਆਣੇ ਅਫਸਰ ਉਹ ਜੇ ਜੁੜ ਕੇ ਪੰਜਾਬ ਨੂੰ ਕੋਈ ਰਹਿਨਮਾਈ ਦੇਣ ਪਾਲਿਸੀ ਬਣਾਉਣ ਦੇ ਨਜ਼ਰੀਏ ਤੋਂ ਜਾਂ ਅਗਵਾਈ ਦੇਣ ਦੇ ਨਜ਼ਰੀਏ ਤੋਂ, ਹਾਲਾਂਕਿ ਤੁਸੀਂ ਲੋਕ ਇਲੈਕਸ਼ਨਾਂ ਲੜਨ 'ਚ ਰੁਚਿਤ ਨਹੀਂ, ਅਸੀਂ ਕਹਿੰਦੇ ਵੀ ਨਹੀਂ, ਲੇਕਿਨ ਜੇਕਰ ਕੋਈ ਐਸਾ ਪਲੇਟਫਾਰਮ ਹੋਣ ਚਾਹੁੰਦਾ ਤੇ ਤੁਸੀਂ ਜ਼ਰੂਰ ਪ੍ਰਣ ਕਰਿਓ ਕਿ ਤੁਸੀਂ ਉਹਦਾ ਹਿੱਸਾ ਬਣੋਗੇ ਔਰ ਆਪਣੇ ਜਿੰਨੇ ਤੁਹਾਡੇ ਸਾਥੀ ਉਹਨਾਂ ਨੂੰ ਵੀ ਨਾਲ ਲਓਗੇ, ਤਾਂ ਕਿ ਜਦੋਂ ਕੋਈ ਪ੍ਰੈਸ਼ਰ ਗਰੁੱਪ ਬਣਦੇ ਆ, ਜਦੋਂ ਕੋਈ ਮੁਹਿੰਮਾਂ ਚੱਲਦੀਆਂ ਤੇ ਉਹਦੇ ਵਿੱਚ ਬਹੁਤ ਸਾਰੇ ਸਿਆਣੇ ਲੋਕ ਨਾਲ ਹੋਣ ਤੇ ਭਰੋਸਾ ਵੱਧਦਾ। ਔਰ ਤੁਹਾਡਾ ਕੰਮ ਵੀ ਬੜਾ ਚੰਗਾ, ਅਨੁਭਵ ਵੀ ਬੜਾ ਚੰਗਾ, ਮੇਰੇ ਖਿਆਲ ਤੁਸੀਂ ਸਾਡੇ ਨਾਲ ਸਹਿਮਤ ਹੋਵੋਗੇ। ਬਿਲਕੁਲ 100% ਤੁਹਾਡੇ ਨਾਲ ਸਹਿਮਤ ਹਾਂ। ਤੇ ਜਿਹੜਾ ਮੈਂ ਗੱਲ ਕਰ ਰਿਹਾ ਕਿ ਅਸੀਂ ਸਾਰਿਆਂ ਨੇ ਜਿਹੜੇ ਕਿ ਪੰਜਾਬ ਦਰਦੀ ਨੇ, ਜਿਹੜੇ ਕਿ ਜਿਨ੍ਹਾਂ ਨੇ ਕੋਈ ਪੋਲਿਟਿਕਸ ਨਹੀਂ ਖੇਡਣੀ, ਜਿਨ੍ਹਾਂ ਨੂੰ ਸਿਰਫ ਪੰਜਾਬ ਦੇ ਸੂਬੇ ਦੀ ਦਰਦ ਹੈ, ਸਿੱਖਾਂ ਦੀ ਦਰਦ ਹੈ, ਆਪਾਂ ਸਾਰੇ ਇਕੱਠੇ ਹੋ ਕੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹਦੇ ਵਿੱਚ ਅਸੀਂ ਇਹ ਨਹੀਂ ਚਾਹੁੰਦੇ। ਦੇਖੋ ਸਿੱਖ ਰਾਜ ਦੇ ਵਿੱਚ ਸਿੱਖ ਜਿਹੜਾ ਸੀਗਾ ਉਹ ਸਿਰਫ 10% ਸੀਗਾ। ਉਹ ਐਕਚੁਅਲੀ ਪੰਜਾਬੀਆਂ ਦਾ ਰਾਜ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਪੰਜਾਬੀਆਂ ਦਾ that was actually ਉਹ ਜਿਹਾ ਰਾਜ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਹੋਵੇ। ਉਹ ਜਿਹਾ ਰਾਜ ਸੀਗਾ ਜਿੱਥੇ ਪੰਜਾਬ ਆਟੋਨੋਮਸ ਆਪਣੇ ਬਾਰੇ ਵੀ ਸੋਚਦਾ ਸੀਗਾ ਤੇ ਸਾਰਾ ਕੁਝ। ਅਸੀਂ ਇਹੀ ਚਾਹੁੰਦੇ ਹਾਂ ਕਿ ਵੀ ਹੁਣ ਵੀ ਜਿਹੜਾ ਕੰਮ ਹੈਗਾ ਕਿ ਹਾਲੀ ਵੀ ਕੁਝ ਨਹੀਂ ਵਿਗੜਿਆ। ਪੰਜਾਬੀ ਹਾਲੀ ਵੀ ਬੜਾ ਸਿਆਣਾ ਹੈਗਾ, ਉਹ ਸਾਰੀ ਗੱਲਬਾਤ ਸਮਝਦਾ ਹੈ। ਅਸੀਂ ਸਿਰਫ ਉਹਨਾਂ ਦੇ ਜ਼ਮੀਰ ਨੂੰ ਇੱਕ ਕਿਸਮ ਦਾ ਅਸੀਂ ਜਗਾਉਣ ਦੀ ਲੋੜ ਹੈ ਤੇ ਇੱਕ ਮੁਹਿੰਮ ਬਣਾਉਣ ਦੀ ਲੋੜ ਹੈ ਕਿ ਭਈ ਸਾਡੇ ਨਾਲ ਹੋ ਕੀ ਰਿਹਾ। ਤੇ ਉਹਨਾਂ ਦੇ ਮੂਹਰੇ ਜਦੋਂ ਅਸੀਂ ਇਹ ਗੱਲਾਂ ਰੱਖਾਂਗੇ, ਹੋਪਫੁਲੀ ਐਜ਼ ਨਾਨ ਪੋਲੀਟੀਕਲ ਤੇ ਬੁੱਧੀਜੀਵ ਵਰਗ ਉਹਨਾਂ ਦੇ ਮੂਹਰੇ ਗੱਲਾਂ ਰੱਖੇਗਾ, ਸ਼ਾਇਦ ਉਹਨਾਂ ਦੀ ਆਤਮਾ ਨੂੰ ਝੰਜੂਰਿਆ ਜਾਊਗਾ ਤੇ ਉਹ ਕਹਿਣਗੇ ਕਿ ਵੀ ਵਾਕਈ ਹਾਂ ਠੀਕ ਹੈ ਵੀ ਅਸੀਂ ਆਪਣਾ ਨਾ ਸੋਚੀਏ, ਅਸੀਂ ਆਪਣੀ ਜਿਹੜੀਆਂ ਖੇਤਾਂ ਦੀਆਂ ਜਿਹੜੀ ਵਟਾਂ ਨੇ ਉਸ ਤੋਂ ਵੀ ਆਹ ਸੋਚੀਏ ਕਿ ਪੰਜਾਬ ਬਾਰੇ ਸੋਚੀਏ ਕਿ ਵੀ ਪੰਜਾਬ ਦਾ ਆਇਆ ਕੀ ਬਣਨਾ ਕੀ ਹੈਗਾ। ਸੋ ਅਸੀਂ ਇਸ ਪਾਸੇ ਇਸ ਸੋਚ ਨੂੰ ਲੈ ਕੇ ਅਸੀਂ ਤੁਰੇ ਹੋਏ ਹਾਂ। ਇੱਥੇ ਵੀ ਭਾਰਤ ਦੇ ਵਿੱਚ ਵੀ, ਪੰਜਾਬ ਵਿੱਚ ਵੀ, ਪੰਜਾਬ ਦੇ ਬਾਕੀ ਬਾਹਰ ਦੇ ਸੂਬਿਆਂ ਵਿੱਚ ਵੀ ਤੇ ਬਾਕੀ ਅਬਰੋਡ ਤੋਂ ਵੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਾਰਿਆਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜੇ ਕਿ ਇਸ ਚੀਜ਼ ਦੇ ਉੱਤੇ ਚਿੰਤਾ ਜ਼ਾਹਿਰ ਕਰਦੇ ਨੇ ਕਿ ਵੀ ਅਸੀਂ ਆਇਆ ਕਿ ਪੰਜਾਬ ਦਾ ਬਣਨਾ ਕੀ ਹੈ ਤੇ ਅਸੀਂ ਇਹਦੇ ਵਿੱਚ ਕਿੱਦਾਂ ਅਸੀਂ ਕੁਝ ਹਿੱਸਾ ਪਾ ਦਈਏ, ਕੁਝ ਅਸੀਂ ਇੱਥੇ ਵਿੱਚ ਕੋਈ ਐਡਵਾਈਸ ਦੇ ਦਈਏ, ਕੁਝ ਅਸੀਂ ਲੋਕਾਂ ਨੂੰ ਕਹਿ ਦਈਏ ਸੋ ਦੈਟ ਅਗਾਂਹ ਤੋਂ ਜਿਹੜਾ ਇਹਨਾਂ ਨੇ ਬਰਬਾਦੀ ਕੀਤੀ ਹੈ ਮੇਰਾ ਖਿਆਲ ਹੈ ਪੋਲੀਟੀਸ਼ੀਅਨਸ ਨੇ ਹੁਣ ਤੱਕ ਪੰਜਾਬ ਦੀ, ਉਹ ਅੱਗੇ ਤੋਂ ਨਾ ਹੋ। ਸਰਦਾਰ ਸਾਹਿਬ ਬਹੁਤ ਧੰਨਵਾਦ। ਔਰ ਮੈਂ ਦੋਸਤੋ ਜਾਂਦੇ ਦੱਸਦੇ ਹਾਂ, ਇੱਕ ਵਾਰੀ ਮੇਰੇ ਕੋਲ ਜਿਹੜੀ ਲੰਬੀ ਲਿਸਟ ਹੈ ਸਰਦਾਰ ਸਾਹਿਬ ਦੇ ਅਹੁਦਿਆਂ ਦੀ, ਮੈਂ
ਨੈਟ ਤੋਂ ਸਰਚ ਕੀਤੀ ਸੀਗੀ, ਇਹ ਜਿੱਥੇ ਪ੍ਰੈਜ਼ੀਡੈਂਟ ਤਾਂ ਹੈ ਹੀ ਨੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ, ਉੱਥੇ ਗਲੋਬਲ ਸਿੱਖ ਕੌਂਸਲ ਦੇ ਵੀ ਪ੍ਰਧਾਨ ਨੇ, ਲੇਕਿਨ ਨਾਲ ਖਜ਼ਾਨਚੀ ਤੇ ਬੁਲਾਰੇ ਵੀ ਨੇ। ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਮੈਂਬਰ ਨੇ, ਐਗਜ਼ੈਕਟਿਵ ਕਮੇਟੀ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਚੰਡੀਗੜ੍ਹ ਦੇ ਡਾਇਰੈਕਟਰ ਨੇ, ਯੂਨਾਈਟਿਡ ਸਿੱਖਸ ਇੰਡੀਆ ਦੇ ਮੈਂਬਰ ਨੇ, ਐਡਵਾਈਜ਼ਰੀ ਬੋਰਡ ਸਤਨਾਮ ਸਰਬ ਕਲਿਆਣ ਟਰਸਟ ਚੰਡੀਗੜ੍ਹ ਦੇ, ਔਰ ਹੋਰ ਬਹੁਤ ਸਾਰੇ ਅਹੁਦੇਦਾਰੀਆਂ ਇਹਨਾਂ ਦੇ ਕੋਲ ਨੇ। ਅਹੁਦੇਦਾਰੀਆਂ ਉਹਨੂੰ ਮਿਲਦੀਆਂ ਜਿਹੜਾ ਕੰਮ ਕਰਦਾ ਹੈ। ਖੈਰ ਬਹੁਤ ਸਾਰੇ ਦੋਸਤ ਇਹ ਜਾਣਨ ਲਈ ਉਤਾਵਲੇ ਹੋਣਗੇ ਕਿ ਆਖਿਰ ਇਹ ਲੋਕ ਕਦੋਂ ਇਕੱਠੇ ਹੋ ਕੇ ਪੰਜਾਬ ਲਈ ਕੁਝ ਕਰਨ ਲਈ ਪਹਿਲ ਕਰਨਗੇ। ਸਾਰੇ ਧਰਮ ਵਰਗ ਵਿਸ਼ੇਸ਼ ਜਾਤਾਂ ਪਾਤਾਂ ਸਾਰੇ ਇਕੱਠੇ ਹੋ ਕੇ ਜਿੰਨਾ ਚਿਰ ਜੰਗ ਨਹੀਂ ਲੜਨਗੇ, ਇਸ ਮੁਸ਼ਕਿਲ ਦੀ ਘੜੀ ਚੋਂ ਪੰਜਾਬ ਨੇ ਨਿਕਲਣਾ ਨਹੀਂ। ਭਗੌੜੇ ਤਾਂ ਜਦੋਂ ਮਰਜ਼ੀ ਹੋ ਲਈਏ, ਕੋਈ ਔਖਾ ਨਹੀਂ ਹੁੰਦਾ ਜਦੋਂ ਮਰਜ਼ੀ ਛੱਡ ਛਡਾ ਕੇ ਚਲੇ ਜਾਈਏ, ਲੇਕਿਨ ਸਭ ਤੋਂ ਔਖਾ ਹੁੰਦਾ ਯੁੱਧ ਲੜਨਾ, ਤੇ ਯੁੱਧ ਹਰ ਸਮੇਂ 'ਚ ਲੜਿਆ ਹੀ ਗਿਆ। ਸੋ ਆਪਣੇ ਹਿੱਸੇ ਦਾ ਯੁੱਧ ਲੜਨਾ ਅਸੀਂ ਕਿਸੇ ਹੋਰ ਤੇ ਨਹੀਂ ਛੱਡ ਸਕਦੇ। ਖੈਰ ਇਹ ਬਿਹਤਰ ਜ਼ਿੰਦਗੀ ਲਈ ਯੁੱਧ ਅਸੀਂ ਘਰਾਂ 'ਚ ਵੀ ਚੱਲਦਾ ਹੀ ਹੈ, ਲੇਕਿਨ ਜੇ ਸਟੇਟ ਦਾ ਯੁੱਧ ਲੜਨਾ ਹੋਊਗਾ ਤੇ ਮਾਇਨੇ ਵੱਡੇ ਹੋਣਗੇ, ਅਰਥ ਵੱਡੇ ਹੋਣਗੇ, ਕੁਰਬਾਨੀ ਵੱਡੀ ਹੋਊਗੀ, ਸ਼ਾਬਾਸ਼ ਵੱਡੀ ਮਿਲੂਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।